ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ ਜੀ। ਅਤੇ ਅੱਜ ਦਾ ਇਹ ਪ੍ਰੋਗਰਾਮ ਪਿੰਡ ਭੈਣੀ ਵੜੰਗਾ ਜ਼ਿਲ੍ਹਾ ਲੁਧਿਆਣਾ ਤੋਂ ਸਾਡੇ ਸਤਿਕਾਰਤ ਲਿਸਨਰ ਸਾਹਿਬਾਨ ਨੇ ਪਹੁੰਚਾਇਆ ਜੀ। ਸੋ ਆਗਾਜ਼ ਕਰਦੇ ਹਾਂ ਜੀ ਅੱਜ ਦੀਆਂ ਅਹਿਮ ਖਬਰਾਂ ਦਾ। ਅਤੇ ਸਾਡੇ ਨਾਲ ਜੁੜ ਗਏ ਨੇ ਫਿਰੋਜ਼ਪੁਰ ਤੋਂ ਗੁਰਦਰਸ਼ਨ ਸੰਧੂ ਹੋਰੀ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਧੰਨਵਾਦ ਸੰਧੂ ਸਾਹਿਬ, ਮੈਂ ਹੁਣੇ ਪੱਟੀ ਸਾਹਿਬ ਮੇਰੇ ਨਾਲ ਗੱਲਬਾਤ ਕਰਕੇ ਹਟੇ ਨੇ। ਦਰਿਆ ਤੋਂ ਪਾਰ ਜਿਹੜੀ ਹੈ ਕਿਸਾਨ ਜਾਂ ਜਿਨ੍ਹਾਂ ਦੀਆਂ ਜ਼ਮੀਨਾਂ ਨੇ, ਜਿਨ੍ਹਾਂ ਦੇ ਪਿੰਡ ਵਸੇ ਨੇ, ਉਹਨਾਂ ਨੂੰ ਕਣਕ ਦੀ ਢੋਆ ਢੁਆਈ ਅਤੇ ਉੱਧਰ ਮਸ਼ੀਨਾਂ ਲਿਜਾਣ ਦੀ ਬੜੀ ਵੱਡੀ ਦਿੱਕਤ ਹੈ। ਇੱਕ ਕਿਸਾਨ ਦਾ ਵਿਚਾਰੇ ਦਾ ਟਰੈਕਟਰ ਡੁੱਬ ਗਿਆ ਰਾਵੀ ਦਰਿਆ 'ਚ। ਇੱਥੇ ਕਿਵੇਂ ਕਰਦੇ ਨੇ ਜੀ ਸਾਰੇ ਕਿਸਾਨ, ਕੀ ਹਾਲਾਤ ਹੈ? ਬਿਲਕੁਲ ਧੰਨਵਾਦ ਸਾਹਿਬ। ਮੈਂ ਫਿਰੋਜ਼ਪੁਰ ਦੀ ਜੇ ਹਾਲਾਤ ਦੱਸਾਂ ਨਾ, ਫਿਰੋਜ਼ਪੁਰ ਦੇ ਵਿੱਚ ਇੱਕ ਪਿੰਡ ਕਾਲੂਵਾੜਾ ਹੈ। ਤੁਸੀਂ ਵੀ ਮੇਰੇ ਨਾਲ ਉਸ ਪਿੰਡ ਦੇ ਵਿੱਚ ਗਏ ਹੋਏ ਹੋ। ਆਪਾਂ ਪੁਰਾਣੇ ਸਮਿਆਂ ਦੇ ਵਿੱਚ ਉਸ ਸਟੋਰੀ ਕੀਤੀ ਸੀ, ਜਿਹੜਾ ਕਿ ਤਿੰਨ ਪਾਸੇ ਤੋਂ ਸਤਲੁਜ ਦਰਿਆ ਨਾਲ ਘਿਰਿਆ ਤੇ ਇੱਕ ਪਾਸੇ ਤੋਂ ਪਾਰ ਆਉਂਦੇ ਪਾਕਿਸਤਾਨ ਆ, ਯਾਨੀ ਉਹਨੂੰ ਰਸਤਾ ਕੋਈ ਨਹੀਂ ਹੈ। ਉਹਨੂੰ ਕੋਈ ਵੀ ਰਸਤਾ ਨਹੀਂ, ਸਿਰਫ ਰਸਤਾ ਹੈ ਤਾਂ ਬੇੜੀ ਹੈ ਜੀ। ਉੱਥੇ ਹਰ ਵਾਰ ਹੀ, ਮੈਂ ਖੁਦ ਜਾ ਕੇ ਪਹਿਲਾਂ ਵੀ ਸਟੋਰੀਆਂ ਕਈ ਵਾਰ ਕੀਤੀਆਂ, ਹਰ ਵਾਰ ਹੀ ਟਰੈਕਟਰ ਸਣੇ ਟਰਾਲੀ ਸਮੇਤ ਲੱਦੀ ਹੋਈ ਕਣਕ ਝੋਨਾ ਜੋ ਵੀ ਹੁੰਦਾ ਉਹ ਜਿਹੜਾ ਦਰਿਆ ਦੇ ਵਿੱਚ ਡੁੱਬ ਜਾਂਦੇ ਨੇ। ਹਰ ਵਾਰ ਉਹਨਾਂ ਨੂੰ ਇਹੋ ਜਿਹੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ, ਪਰ ਜਾਨੀ ਨੁਕਸਾਨ ਹੋਣੋਂ ਬਚ ਜਾਂਦਾ ਕਿਉਂਕਿ ਲੋਕ ਸਾਰੇ ਤੈਰਾਕੀ ਨੇ ਜੀ। ਸਾਰੇ ਦਰਿਆ 'ਚ ਨਹਾਉਣ ਵਾਲੇ, ਮੱਝਾਂ ਆਪਦੀਆਂ ਨਵਾਉਣ, ਪਾਣੀ ਪੂਣੀ ਪਿਆਉਣ ਵਾਲੇ ਬੰਦੇ ਤਾਰੂ ਨੇ, ਉਹ ਡੁੱਬਣੋਂ ਤਾਂ ਬਚ ਜਾਂਦੇ। ਪਰ ਉਹਨਾਂ ਦੇ ਜਿਹੜੇ ਹੈਗੇ ਆ, ਇਹ ਵਾਲਾ ਨੁਕਸਾਨ ਉਹਨਾਂ ਦਾ, ਟਰੈਕਟਰ ਟਰਾਲੀਆਂ ਡੁੱਬ ਜਾਂਦੇ ਨੇ। ਬਾਅਦ ਦੇ ਵਿੱਚ ਕਿਸ ਤਰੀਕੇ ਨਾਲ ਕੱਢਦੇ ਨੇ ਉਹ ਤਾਂ ਰੱਬ ਹੀ ਜਾਣਦਾ। ਇਸ ਵਾਰ ਵੀ ਸਥਿਤੀ ਇਹੀ ਬਣੀ ਹੋਈ ਹੈ ਕਿਉਂਕਿ ਪ੍ਰਸ਼ਾਸਨ ਕਦੀ ਵੀ ਹਰ ਵਾਰ ਦਾਅਵੇ ਤਾਂ ਕਰ ਦਿੰਦਾ, ਪਰ ਉਹਨਾਂ ਨੂੰ ਕਦੀ ਵੀ ਕੋਈ ਇਹੋ ਜਿਹੀ ਸਹੂਲਤ ਨਹੀਂ ਦਿੱਤੀ। ਪਿਛਲੀ ਵਾਰ ਵੀ ਉਹਨਾਂ ਦਾ ਬੇੜਾ ਜਿਹੜਾ ਇੱਕੋ ਇੱਕ ਬੇੜਾ ਸੀਗਾ, ਉਹ ਡੁੱਬ ਗਿਆ ਸੀ ਤੇ ਕਈ ਮਹੀਨੇ ਉਹਨਾਂ ਦੀ ਫਸਲ ਜਿਹੜੀ ਉਹ ਦਰਿਆਓਂ ਪਾਰ ਉਸੇ ਕਾਲੂਵਾੜੇ ਪਿੰਡ ਦੇ ਵਿੱਚ ਹੀ ਪਈ ਰਹੀ। ਕਈ ਪਿੰਡ ਫਿਰੋਜ਼ਪੁਰ ਦੇ ਵਿੱਚ ਇਹੋ ਜਿਹੇ ਨੇ ਜਿਹੜੇ ਫੈਂਸਿੰਗ ਲਾਈਨ ਤੋਂ ਪਾਰ ਨੇ ਤੇ ਦਰਿਆ ਤੋਂ ਪਾਰ ਨੇ, ਉਹਨਾਂ ਦੀ ਜਿਹੜੇ ਇਸ ਪੱਖ ਤੋਂ ਉਹ ਅਜੇ ਵਾਂਝੇ ਨੇ। ਨਾ ਤਾਂ ਉਹਨਾਂ ਨੂੰ ਕੋਈ ਵੱਡੇ ਬੇੜੇ ਮਿਲੇ ਹੋਏ ਨੇ ਤੇ ਨਾ ਹੀ ਸੜਕ ਪੁਲ ਤਾਂ ਉਹਨਾਂ ਦਾ ਬਣ ਹੀ ਨਹੀਂ ਸਕਦਾ ਕਿਉਂਕਿ ਇੰਨੇ ਕੁ ਜਿਹੜੀ ਆਵਾਜਾਈ ਵਾਸਤੇ ਜਾਂ ਇੰਨੇ ਕੁ ਇੱਕ ਅੱਧੇ ਪਿੰਡ ਵਾਸਤੇ ਪੁਲ ਤਾਂ ਜਿਹੜਾ ਦੂਸਰੇ ਪਾਸੇ ਸਥਿਤੀ ਵੀ ਹੈ ਨਾ ਕਿ ਜਦੋਂ ਸਤਲੁਜ ਬਿਲਕੁਲ ਪਾਰ ਕਰੀਦਾ ਤਾਂ 1 ਕਿੱਲਾ ਅੱਗੇ ਜਾ ਕੇ ਫੈਂਸਿੰਗ ਲਾਈਨ ਹੈ ਤੇ ਨਾਲ ਅਗਲੇ ਬੰਨੇ ਉਹਨਾਂ ਦੀ ਜ਼ਮੀਨ ਸ਼ੁਰੂ ਹੋ ਜਾਂਦੀ ਹੈ। ਤਾਂ ਮੁਨਾਸਬ ਨਹੀਂ, ਔਖੇ ਆ ਲੋਕ। ਬਾਕੀ ਜਿਵੇਂ ਜਿਵੇਂ ਉਹਨਾਂ ਨੂੰ ਛੋਟੇ ਮੋਟੇ ਬੇੜੇ ਲੰਘਦੇ, ਛੋਟੇ ਮੋਟੇ ਵਸੀਲਿਆਂ ਦੇ ਰਾਹੀਂ ਜਿਹੜਾ ਉਹ ਆਪਣੇ ਫਸਲ ਜਿਹੜੀ ਇੱਧਰ ਲਿਆ ਕੇ ਸ਼ਹਿਰ ਦੇ ਵਿੱਚ ਜਾਂ ਹੋਰ ਲੱਗਲੀਆਂ ਮੰਡੀਆਂ ਦੇ ਵਿੱਚ ਲਿਆ ਕੇ ਵੇਚ ਰਹੇ ਨੇ। ਇਹੀ ਸਥਿਤੀ ਬਣੀ ਹੋਈ ਹੈ। ਬਾਕੀ ਮੰਡੀਆਂ ਦੇ ਵਿੱਚ, ਕਈਆਂ ਮੰਡੀਆਂ 'ਚ ਕੱਲ੍ਹ ਵੀ ਜਿਵੇਂ ਜ਼ਿਕਰ ਕੀਤਾ ਸੀਗਾ ਕਿ ਬਾਰਦਾਨਾ ਨਹੀਂ ਪਹੁੰਚਿਆ, ਹਾਲਾਤ ਉਵੇਂ ਦੇ ਉਵੇਂ ਅਜੇ ਫਿਲਹਾਲ ਕਈਆਂ ਮੰਡੀਆਂ 'ਚ ਬਣੇ ਹੋਏ ਜੀ। ਕਿਸਾਨਾਂ ਦੀ ਜਿਹੜੀ ਫਸਲ ਦੀ ਖਰੀਦੋ ਫਰੋਖਤ, ਨਵੀਂ ਦਾ ਕੀ ਸਿਸਟਮ ਚੱਲ ਰਿਹਾ ਜੀ? ਨਵੀਂ ਦੀ ਗੱਲ ਕਰੀਏ, ਮੈਨੂੰ ਲੱਗਦਾ 14-15 ਜਿਹੜੀ ਹੈਗਾ ਮੋਇਸਚਰ ਉਹ ਮੰਗਦੇ ਨੇ, ਪਰ ਹੁਣ ਤਾਂ ਮੌਸਮ ਜਿਹੜਾ ਉਹ ਠੀਕ ਹੋ ਗਿਆ। ਪਹਿਲਾਂ ਜ਼ਿਆਦਾ ਸੀਗਾ ਕਿਉਂਕਿ ਬਾਰਿਸ਼ ਜਿਹੜੀ ਹੋਈ ਹੈ ਉਹਦੇ ਕਰਕੇ ਨਮੀ ਵੱਧ ਗਈ ਸੀ। ਕਿਸਾਨਾਂ ਦੀਆਂ ਟਰਾਲੀਆਂ ਵਾਪਸ ਵੀ ਮੋੜੀਆਂ ਸੀਗੀਆਂ ਫਿਰੋਜ਼ਪੁਰ ਡਿਸਟ੍ਰਿਕਟ ਦੇ ਵਿੱਚ ਕਈਆਂ ਮੰਡੀਆਂ 'ਚ। ਪਹਿਲੇ ਦਿਨਾਂ ਦੇ ਵਿੱਚ ਜਿਹੜੇ ਜਦੋਂ ਕਿ ਬਾਰਿਸ਼ ਵੀ ਆ ਗਈ, ਨਾਲ ਹੀ ਸੀਜ਼ਨ ਸ਼ੁਰੂ ਹੋ ਗਿਆ ਸੀ, ਖਰੀਦ ਸ਼ੁਰੂ ਹੋ ਗਈ ਸੀ। ਫਿਲਹਾਲ ਨਮੀ ਜਿਹੜੀ ਆ ਉਹ ਤਾਂ ਕਿਉਂਕਿ ਮੌਸਮ ਠੀਕ ਆ ਤੇ ਕਣਕ ਜਿਹੜੀ ਆ ਉਹ ਵਧੀਆ ਆ ਰਹੀ ਆ। ਵੈਸੇ ਵੀ ਆ ਕਦੀ ਰਹੀ ਆ। ਹੁਣ ਮੰਨ ਲਓ ਜੇ ਕਿਸੇ ਦੀ 15 ਕਿੱਲੇ ਆ ਤੇ ਉਹਦੀ ਵਿਚਾਰੇ ਦੀ 1.5-2 ਕਿੱਲੇ ਜਿਹੜੀ ਉਹ ਟਰਾਲੀ 'ਚ ਪੈ ਕੇ ਕਣਕ ਉੱਥੇ ਆ ਰਹੀ ਹੈ ਮੰਡੀ 'ਚ ਆ ਰਹੀ। ਬਾਕੀ ਸਾਰੀ ਤੁਹਾਨੂੰ ਘਰੇ ਲਾਉਣੀ ਪੈ ਰਹੀ ਆ। ਉਹ ਜਿੰਨੀ ਵਾਰ ਉਹਨੂੰ ਲੱਦੇਗਾ ਲਾਵੇਗਾ ਉਹਨੇ 'ਚੋਂ ਜਿਹੜੀ ਮਾੜੀ ਮੋਟੀ ਨਮੀ ਹੁੰਦੀ ਉਹ ਵੈਸੀ ਸਾਰੀ ਜਿਹੜੀ ਉਹ ਨਿਕਲ ਜਾਂਦੀ ਹੈ। ਕਣਕ ਪੱਕ ਕੇ ਹੀ ਮੰਡੀ 'ਚ ਆ ਰਹੀ ਹੈ। ਨਵੀਂ ਫਿਲਹਾਲ ਕੋਈ ਨਹੀਂ ਹੈਗੀ ਜੀ। ਇਹੋ ਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ। ਹੋਰ ਕੁਝ ਖਾਸ ਜੀ ਕਾਨੂੰਨ ਵਿਵਸਥਾ ਨੂੰ ਲੈ ਕੇ? ਕਾਨੂੰਨ ਵਿਵਸਥਾ ਠੀਕ ਹੈ ਜੀ। ਵਾੜਾ ਭਾਈਕਾ ਜਿੱਥੋਂ ਦਾ ਮੁੰਡਾ ਪੋਜ਼ਿਟਿਵ ਆਇਆ ਸੀ, ਉਹ ਨੌਜਵਾਨ ਜਿਹੜਾ ਪੁਲਿਸ ਮੁਲਾਜ਼ਮ ਸੀਗਾ ACP ਸਾਹਿਬ ਦੇ ਨਾਲ, ਜਿਹੜਾ ਲੁਧਿਆਣੇ ਵਾਲੇ, ਉਸ ਪਿੰਡ ਨੂੰ ਸਾਰਾ ਸੀਲ ਕੀਤਾ ਹੋਇਆ। ਪ੍ਰਸ਼ਾਸਨ ਆਪਦੇ ਵਸੀਲਿਆਂ ਨਾਲ ਉੱਥੋਂ ਦੇ ਲੋੜਵੰਦ ਲੋਕਾਂ ਨੂੰ ਰਾਸ਼ਨ ਵੰਡ ਕੇ ਆਇਆ। ਬਾਕੀ ਸੰਸਥਾਵਾਂ ਤਕਰੀਬਨ ਬੰਦ ਹੀ ਹੋ ਗਈਆਂ ਫਿਰੋਜ਼ਪੁਰ ਦੇ ਵਿੱਚ। ਇੱਕਾ ਦੁੱਕਾ ਸੰਸਥਾਵਾਂ ਜਿਹੜੀਆਂ ਉਹ ਹਜੇ ਤੱਕ ਜਿਹੜੀਆਂ ਪੂਰਾ ਐਕਟਿਵ ਨੇ, ਜਿਹੜੀਆਂ ਲੰਗਰ ਦੇ ਵਿੱਚ ਸਵੇਰੇ ਦੁਪਹਿਰੇ ਸ਼ਾਮ ਦਾ ਰਾਸ਼ਨ। ਹੁਣ ਵੀ ਮੈਂ ਇਹੋ ਜਿਹੀ ਸੰਸਥਾ ਦੇ ਕੋਲ ਹੀ ਖੜਾ ਹੋਇਆ, ਜਿਹੜੀ ਇੱਕ ਯੂਥ ਫੈਡਰੇਸ਼ਨ ਆ ਤੇ ਇੱਕ ਸਾਡੇ ਰਿਜ਼ੋਰਟ ਵਾਲੇ ਹੈਗੇ ਆ, ਉਹਨਾਂ ਨੇ ਜਿਹੜਾ ਇਹ ਸੰਸਥਾ ਸ਼ੁਰੂ ਤੋਂ ਲੈ ਕੇ ਚੱਲੀ ਹੋਈ ਆ ਪ੍ਰੋਪਰ ਤਰੀਕੇ ਦੇ ਨਾਲ। ਨੌਜਵਾਨ ਜਿਹੜੇ ਆ ਉਹ ਜਿਹੜੀਆਂ PP ਕਿੱਟਾਂ ਪਾ ਕੇ ਲੰਗਰ ਜਿਹੜਾ ਉਹ ਵੰਡਦੇ ਆ। ਤਾਂ ਉਹ ਇਹ 1-2 ਸੰਸਥਾ ਹੀ ਚੱਲ ਰਹੀਆਂ। ਬਾਕੀ ਜਿਹੜੀਆਂ ਸੰਸਥਾਵਾਂ ਸਾਰੀਆਂ ਉਹ ਮੋਸਟਲੀ ਬੰਦ ਹੋ ਗਈਆਂ। ਕੁਛ ਪ੍ਰਸ਼ਾਸਨ ਨੇ ਕਰਾਤੀਆਂ, ਕੁਛ ਉਹਨਾਂ ਦੇ ਜਿਹੜੇ ਤੌਰ ਤਰੀਕੇ ਸਹੀ ਨਹੀਂ ਸੀਗੇ ਜਾਂ ਉਹਨਾਂ ਦੇ ਵੰਡਣ ਦੇ ਤਰੀਕੇ ਸਹੀ ਨਹੀਂ ਸੀ, ਉਹਦੇ ਕਰਕੇ ਪ੍ਰਸ਼ਾਸਨ ਨੇ ਜਿਹੜੇ ਉਹਨਾਂ ਤੇ ਰੋਕ ਲਾਤੀ ਹੈ ਜੀ। ਬਾਕੀ ਸਾਰਾ ਕੁਝ ਕਾਨੂੰਨ ਵਿਵਸਥਾ ਨੂੰ ਲੈ ਕੇ ਠੀਕ ਹੈ ਜੀ। ਸਾਰਾ ਕੁਝ ਨਾਕੇ ਲੱਗੇ ਹੋਏ ਨੇ, ਪੁਲਿਸ ਪੂਰੀ ਐਕਟਿਵ ਆ। ਜੇ ਗੱਲ ਕਰੀਏ ਹੁਣੇ ਇਸ ਏਰੀਏ ਦੇ ਵਿੱਚ ਵੀ ਲੰਘੇ ਅਸੀਂ, ਸਾਨੂੰ 5-7 ਬੰਦਿਆਂ ਨੂੰ ਖੜਿਆਂ ਨੂੰ ਦੇਖ ਕੇ ਨੌਜਵਾਨਾਂ ਨੂੰ, ਤੇ ਉਹਨਾਂ ਨੇ ਉਸ ਵੇਲੇ ਪੁੱਛਿਆ ਵੀ ਤੁਸੀਂ ਕੌਣ, ਵੀ ਕਿਵੇਂ, ਹੈ ਨਾ ਜੀ। ਚਲੋ, ਯਾਨੀ ਠੀਕ ਹੈ, ਪੁਲਿਸ ਆਪਦੇ ਹਿਸਾਬ ਨਾਲ ਵਧੀਆ ਕੰਮ ਕਰ ਰਹੀ ਹੈ। ਤੇ ਕਿਉਂਕਿ ਮੰਡੀਆਂ ਦੇ ਵਿੱਚ ਵੀ ਉਹਨਾਂ ਨੂੰ ਸਮਾਂ ਦੇਣਾ ਪੈ ਰਿਹਾ ਤੇ ਸ਼ਹਿਰਾਂ ਨੂੰ ਤੇ ਪਿੰਡਾਂ ਨੂੰ ਵੀ ਸਾਹਮਣਾ ਪੈ ਰਿਹਾ ਜੀ। ਚਲੋ ਠੀਕ ਹੈ ਜੀ। ਆਲਮੋਸਟ ਫਿਰੋਜ਼ਪੁਰ। ਥੈਂਕ ਯੂ ਜੀ, ਥੈਂਕ ਯੂ, ਮਿਹਰਬਾਨੀ। ਤੇ ਹੁਣ ਫਰੀਦਕੋਟ, ਲੱਕੀ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਲੱਕੀ ਜੀ, ਮੰਡੀਆਂ ਦੀ ਕੀ ਸਥਿਤੀ ਹੈ ਜੀ? ਮੰਡੀਆਂ ਦੇ ਵਿੱਚ ਦਾਨੇਵਾਲੀਆ ਸਾਹਿਬ, ਜੇਕਰ ਗੱਲ ਕਰੀਏ ਫਰੀਦਕੋਟ ਦੀਆਂ ਸਾਰੀਆਂ ਮੰਡੀਆਂ ਦੇ ਵਿੱਚ, ਤਾਂ ਕਿਤੇ ਨਾ ਕਿਤੇ ਕੋਈ ਨਾ ਕੋਈ ਪ੍ਰੋਬਲਮ ਜ਼ਰੂਰ ਖੜੀ ਹੋਈ ਹੈਗੀ ਹੈ। ਕਿਵੇਂ ਅੱਜ ਜਿਵੇਂ ਜਿਹੜਾ ਮਾਲ ਲੋਡਿੰਗ ਨੂੰ ਲੈ ਕੇ ਜਿਹੜਾ
ਲੇਬਰ ਆ ਜਿਹੜੇ ਠੇਕੇਦਾਰ ਹੈਗੇ ਆ ਉਹਨਾਂ ਵੱਲੋਂ ਬੰਦੇ ਨਾ ਭੇਜੇ ਜਾਣੇ ਜਾਂ ਜਿਹੜੀ ਆ ਪੱਖਪਾਤ ਕਰੀ ਜਾਣਾ, ਇਹਦੇ ਕਰਕੇ ਥੋੜੀ ਜਿਹੀ ਪ੍ਰੋਬਲਮ ਆ ਰਹੀ ਹੈਗੀ ਆ ਮੰਡੀਆਂ ਦੇ ਵਿੱਚ। ਲੇਕਿਨ ਕਿਤੇ ਨਾ ਕਿਤੇ ਜਾ ਕੇ ਕਿਸਾਨਾਂ ਨੇ ਵੀ ਇਹ ਗੱਲ ਦਾ ਇੱਕ ਖਦਸ਼ਾ ਜ਼ਾਹਿਰ ਕੀਤਾ ਹੈਗਾ ਕਿ ਜਿਹੜੇ ਪਾਣੀ ਹੈ ਜਾਂ ਪੀਣ ਵਾਲਾ ਜਾਂ ਉਹਨਾਂ ਦੇ ਬੈਠਣ ਵਾਸਤੇ ਛਾਵੇਂ ਜਿਹੜਾ ਅਰੇਂਜਮੈਂਟ ਨਹੀਂ ਕੀਤਾ ਗਿਆ ਹੈਗਾ ਜੀ। ਤੇ ਨਵੀਂ ਨੂੰ ਲੈ ਕੇ ਕਹਿੰਦੇ ਨਾ ਬੜਾ ਖੱਜਲ ਖੁਆਰੀ ਹੋ ਰਹੀ ਆ, ਉਹ ਪਹੁੰਚਦੇ ਆ ਮੰਡੀ ਤੇ ਉਹ ਵੇਖ ਲੈਂਦੇ ਆ। ਸ਼ਹਿਰਾਂ ਵਾਲੀਆਂ ਮੰਡੀਆਂ ਜ਼ਿਆਦਾ ਨਵੀਂ ਦੇਖੀ ਜਾ ਰਹੀ ਹੈ, ਪਿੰਡਾਂ 'ਚ ਤਾਂ ਫਿਰ ਵੀ ਜੇ ਪਿੰਡਾਂ 'ਚ ਉਹ ਢੇਰੀ ਲਾ ਜਾਂਦੇ ਆ ਤਾਂ ਉਸ ਤੋਂ ਬਾਅਦ ਸਮਝ ਲਓ ਵੀ ਉਹ ਕੀ ਕਹਿੰਦੇ ਆ ਆਪਣੇ ਉੱਥੇ ਪਹੁੰਚਦਾ ਕੋਈ ਨਹੀਂ ਖਰੀਦ ਕਰਨ। ਬਿਲਕੁਲ ਨਵੀਂ ਦੀ ਪ੍ਰੋਬਲਮ ਆ ਰਹੀ ਹੈਗੀ ਆ। ਕਿਤੇ ਨਾ ਕਿਤੇ ਜਾ ਕੇ ਅਧਿਕਾਰੀ ਵੀ ਕਿਤੇ ਨਾ ਕਿਤੇ ਜਾ ਕੇ ਇਸ ਗੱਲ ਦੇ ਵਿੱਚ ਸੈਟੀਸਫਾਈ ਨਹੀਂ ਹੁੰਦੇ ਹੈਗੇ ਕਿ ਨਵੀਂ ਦਾ ਕਿਤੇ ਨਾ ਕਿਤੇ ਤਾਂ ਅਸਰ ਦੇਖਣ ਨੂੰ ਮਿਲ ਰਿਹਾ ਹੈਗਾ। ਔਰ ਇੱਕ ਗੱਲ ਹੋਰ ਜਿਹੜੇ ਗੱਲ ਕਰੀਏ ਦਾਨੇਵਾਲੀ ਸਾਹਿਬ ਦੂਸਰੀ ਖਬਰ ਦੀ ਕਿ ਫਰੀਦਕੋਟ ਦੇ ਵਿੱਚ ਬਾਜੀਗਰ ਬਸਤੀ ਇੱਕ ਸੰਸਥਾ ਹੈਗੀ ਆ ਜੀ। ਔਰ ਬਾਜੀਗਰ ਬਸਤੀ ਜਿਹੜੀ ਬਸਤੀ ਹੈਗੀ ਆ ਉੱਥੇ ਅੱਜ ਤਕਰੀਬਨ 100 ਤੋਂ 150 ਲੇਡੀਜ਼ ਨੇ ਪ੍ਰੋਟੈਸਟ ਕੀਤਾ ਹੈਗਾ ਕਿ ਉਹਨਾਂ ਦਾ ਜਿਹੜਾ ਉੱਥੋਂ ਦਾ MC ਹੈ ਜੀ ਉਹ ਉਹਨਾਂ ਦੇ ਨਾਲ ਪੱਖਪਾਤ ਕਰਦਾ, ਉਹ ਰਾਸ਼ਨ ਨਹੀਂ ਪਹੁੰਚਾ ਰਿਹਾ ਉਹਨਾਂ ਨੂੰ। ਔਰ ਇਹ ਬਹੁਤ ਵੱਡੀ ਅੱਜ ਪ੍ਰਸ਼ਾਸਨ ਵਾਸਤੇ ਸਿਰਦਰਦੀ ਬਣੀ ਰਹੀ ਹੈ ਖਬਰ ਇਹ। ਔਰ ਕਿਉਂਕਿ 100-150 ਲੇਡੀਜ਼ ਦਾ ਸੜਕ ਤੇ ਆ ਜਾਣਾ ਤੇ ਇਹ ਆਪਦੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈਗੀ ਆ ਜੀ। ਤੇ ਪ੍ਰਸ਼ਾਸਨ ਅਧਿਕਾਰੀਆਂ ਨੇ ਕਿਹਾ ਹੈਗਾ ਵੀ ਬਿਲਕੁਲ ਪੱਖਪਾਤ ਨਹੀਂ ਹੋਊਗਾ ਤੇ ਜਿਹੜਾ ਰਾਸ਼ਨ ਸਹੀ ਤਰੀਕੇ ਨਾਲ ਡਿਸਟ੍ਰੀਬਿਊਟ ਹੋਊਗਾ। ਜੀ ਜੀ ਜੀ। ਤੇ ਹੋਰ ਕੋਈ ਕਾਨੂੰਨ ਵਿਵਸਥਾ ਜਾਂ ਕਰੋਨਾ ਦੇ ਕੋਈ ਅਪਡੇਟਸ? ਨਹੀਂ, ਕਰੋਨਾ ਦਾ ਫਿਲਹਾਲ ਕੋਈ ਅਪਡੇਟ ਨਹੀਂ ਜੀ। ਜਿਹੜੇ ਇਹਨਾਂ ਦੇ ਪੋਜ਼ਿਟਿਵ ਆਇਆ ਸੀਗਾ ਜਿਹੜਾ ਮਿਸਤਰੀਆਂ ਵਾਲੀ ਗਲੀ ਨਾਲ ਲਾਸਟ ਟਾਈਮ ਜਿਹੜਾ ਸੀਗਾ ਪਰਸਨ, ਉਹਦੇ ਨਾਲ ਰਿਲੇਟਡ ਸਾਰੇ ਪਹਿਲਾਂ ਨੈਗੇਟਿਵ ਆ ਗਏ ਸੀ, ਲੇਕਿਨ 14 ਦਿਨਾਂ ਤੋਂ ਬਾਅਦ ਹੁਣ ਅੱਜ ਉਹਨਾਂ ਦੇ ਫਿਰ ਸੈਂਪਲ ਲੈ ਕੇ ਫਿਰ ਦੁਬਾਰਾ ਰਿਪੀਟ ਕੀਤੇ ਆ ਦੂਸਰੀ ਵਾਰੀ ਉਹ ਭੇਜੇ ਗਏ ਹੈਗੇ ਆ। ਉਹਨਾਂ ਦੀ ਰਿਪੋਰਟ ਆਊਗੀ ਜਦੋਂ ਫਿਰ ਉਹ ਜਿਹੜਾ ਏਰੀਆ ਮਿਸਤਰੀਆਂ ਵਾਲੀ ਗਲੀ ਵਾਲਾ ਖੁੱਲਿਆ ਜਾਊਗਾ। ਔਰ ਬੜੀ ਰਾਹਤ ਭਰੀ ਖਬਰ ਇਹ ਹੋਊਗੀ ਕਿ ਫਰੀਦਕੋਟ ਦੇ ਵਿੱਚ ਹਜੇ ਤੱਕ ਹੁਣ ਕੋਈ ਵੀ ਮਾਮਲਾ ਮਤਲਬ 2 ਪੇਸ਼ੈਂਟ ਆ ਜਿਹੜੇ ਪੋਜ਼ਿਟਿਵ ਹੈਗੇ ਆ ਔਰ ਹੋਰ ਕੋਈ ਪੇਸ਼ੈਂਟ ਪੋਜ਼ਿਟਿਵ ਨਹੀਂ ਪਾਇਆ ਗਿਆ ਹੈਗਾ ਜੀ। ਸੋ ਮਿਹਰਬਾਨੀ ਜੀ ਤੁਹਾਡੀ, ਸ਼ੁਕਰੀਆ। ਤੇ ਬਰਨਾਲੇ ਚੱਲਦੇ ਆ, ਕਮਲਜੀਤ ਸੰਧੂ ਸਾਡੇ ਨਾਲ ਹੈ। ਕਮਲਜੀਤ, ਪਹਿਲਾਂ ਕਰੋਨਾ ਤੇ ਕਾਨੂੰਨ ਵਿਵਸਥਾ, ਕੋਈ ਕੁੱਟਮਾਰ, ਪੁਲਿਸ ਦੇ ਖਿਲਾਫ ਕੋਈ ਸ਼ਿਕਾਇਤ? ਜੀ ਜੇ ਕਰੋਨਾ ਦੀ ਗੱਲ ਕਰੀਏ ਬਰਨਾਲਾ ਦੇ ਵਿੱਚ 85 ਦੇ ਕਰੀਬ ਜਿਹੜੀਆਂ ਰਿਪੋਰਟਾਂ ਨੇ ਉਹ 89 ਦੇ ਵਿੱਚੋਂ ਨੈਗੇਟਿਵ ਆ ਚੁੱਕੀਆਂ ਨੇ। ਸਿਰਫ 5 ਰਿਪੋਰਟਾਂ ਨੇ ਜਿਹੜੀਆਂ ਉਹ ਆਉਣੀਆਂ ਬਾਕੀ ਨੇ। ਤੇ ਜਿਹੜੇ ਇੱਕ ਪੋਜ਼ਿਟਿਵ ਪੇਸ਼ੈਂਟ ਸੀਗੀ ਸੇਖਾ ਰੋਡ ਤੋਂ ਇੱਕ ਲੇਡੀਜ਼, ਉਹ ਬਿਲਕੁਲ ਠੀਕ ਠਾਕ ਨੇ, ਉਹਨਾਂ ਨੂੰ ਛੁੱਟੀ ਮਿਲ ਗਈ ਹੈਗੀ। ਤੇ ਜਿਹੜੀ ਪੁਲਿਸ ਵੱਲੋਂ ਜਿਹੜੀ ਲੋਕਾਂ ਵੱਲੋਂ ਜਿਹੜੀ ਕਰਫਿਊ ਦੀ ਜਿਹੜੀ ਉਲੰਘਣਾ ਕੀਤੀ ਜਾ ਰਹੀ ਸੀ, ਲਾ ਐਂਡ ਆਰਡਰ ਦੀ ਜਿਹੜੀ ਪ੍ਰੋਬਲਮ ਕ੍ਰੀਏਟ ਹੋ ਰਹੀ ਸੀ 2 ਦਿਨਾਂ ਤੋਂ, ਉਹ ਤੇ ਅੱਜ ਪੁਲਿਸ ਨੇ ਸਖਤੀ ਕੀਤੀ ਹੈਗੀ ਵੱਡੇ ਪੱਧਰ ਤੇ। ਹੁਣ ਤੱਕ ਨੇ ਜਿਹੜੇ ਇਕੱਲੇ ਬਰਨਾਲੇ ਸ਼ਹਿਰ ਦੇ ਵਿੱਚ 131 ਦੇ ਕਰੀਬ ਜਿਹੜੀਆਂ FIR ਦਰਜ ਕੀਤੀਆਂ ਨੇ, 188 ਦੇ ਪਰਚੇ ਦਰਜ ਕੀਤੇ ਨੇ। ਤੇ ਅੱਜ ਓਪਨ ਦੇ ਜੇਲ੍ਹ ਦੇ ਵਿੱਚ 23 ਦੇ ਕਰੀਬ ਜਿਹੜੇ ਪਰਚੇ ਸ਼ਹਿਰ ਦੇ ਵਿੱਚ ਅੱਜ ਦਿੱਤੇ ਗਏ ਨੇ ਤੇ ਓਪਨ ਜੇਲ੍ਹ ਦੇ ਵਿੱਚ 60 ਦੇ ਕਰੀਬ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਛੱਡਿਆ ਗਿਆ ਹੈਗਾ। ਤੇ ਇਸ ਤੋਂ ਇਲਾਵਾ ਜ਼ਿਲ੍ਹੇ ਦੇ ਹੋਰ ਜਿਹੜੇ ਕੇਂਦਰ ਨੇ ਜਿਵੇਂ ਤਪਾ ਸ਼ਹਿਰ ਹੋ ਗਿਆ ਜਾਂ ਭਦੌੜ ਹੋ ਗਿਆ, ਉੱਥੇ ਵੀ FIR ਤੇ ਲੋਕਾਂ ਨੇ ਜਿਹੜੇ ਬਿਨਾਂ ਕੰਮ ਤੋਂ ਕਾਨੂੰਨ ਵਿਵਸਥਾ ਦੀ ਉਲੰਘਣਾ ਕਰ ਰਹੇ ਸੀ, ਕਰਫਿਊ ਦੀ ਉਲੰਘਣਾ ਕਰਦੇ ਰਹੇ ਸੀ, ਉਹਨਾਂ ਤੇ ਜਿਹੜੀ ਕਾਰਵਾਈ ਆ ਉਹ ਕੀਤੀ ਗਈ ਆ। ਸੋ ਖਰੀਦੋ ਫਰੋਖਤ ਜੀ ਕਣਕ ਦੀ ਜੀ ਜੇ ਖਰੀਦ ਦੀ ਗੱਲ ਕਰੀਏ ਕੀਤੀ ਜਾਵੇ ਤਾਂ ਜਿਹੜੀ ਵਾਢੀ ਆ ਉਹ ਬੜੀ ਹੀ ਸਪੀਡ ਦੇ ਨਾਲ ਜਿਹੜੀ ਹੋਈ ਆ ਕਣਕ ਦੀ। ਇਸ ਵਾਰ ਮੰਡੀਆਂ ਦੇ ਵਿੱਚ ਜਿਹੜੀ ਪਿਛਲੇ ਸਾਲ ਨਾਲੋਂ ਜਿਹੜੀ ਦੁੱਗਣੀ ਜਿਹੜੀ ਜਿਹੜੀ ਉਹ ਬਰਨਾਲੇ ਦੀਆਂ ਮੰਡੀਆਂ ਦੇ ਵਿੱਚ ਆਈ ਆ। ਡਿਪਟੀ ਕਮਿਸ਼ਨਰ ਬਰਨਾਲਾ ਨੇ ਸਾਨੂੰ ਅੱਜ ਦੱਸਿਆ ਵੀ ਪਿਛਲੇ ਸਾਲ ਦੇ ਮੁਕਾਬਲੇ ਜਿਹੜੀ ਵਾਢੀ ਆ ਉਹ ਸਪੀਡ ਨਾਲ ਹੋਈ ਆ। ਤੇ ਜਿਹੜਾ ਕਣਕ ਦਾ ਆਉਂਦਾ ਮੰਡੀਆਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਜਿਸ ਤਰ੍ਹਾਂ 15 ਤਰੀਕ ਤੋਂ ਖਰੀਦ ਸ਼ੁਰੂ ਹੋਈ ਹੈਗੀ, ਤਕਰੀਬਨ 10 ਦਿਨ ਹੋਏ ਨੇ, ਹਜੇ 10 ਦਿਨ ਵੀ ਨਹੀਂ ਹੋਏ, 8 ਦਿਨਾਂ ਦੇ ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ ਜਿਹੜੀ ਦੁੱਗਣੀ ਕਣਕ ਆ ਜਿਹੜੀ ਉਹ ਮੰਡੀਆਂ ਦੇ ਵਿੱਚ ਪਹੁੰਚ ਚੁੱਕੀ ਹੈਗੀ। ਇਹ ਲੱਗ ਰਿਹਾ ਹੈਗਾ ਵੀ ਤਕਰੀਬਨ 4 ਦਿਨ ਦੇ ਵਿੱਚ ਜੇ ਇਸ ਤਰ੍ਹਾਂ ਮੌਸਮ ਸਹੀ ਰਿਹਾ ਤਾਂ ਜਿਹੜੀ ਵਾਢੀ ਹੈਗੀ ਉਹ ਮੁਕੰਮਲ ਰੂਪ ਦੇ ਵਿੱਚ ਬਰਨਾਲਾ ਸੰਗਰੂਰ ਦੇ ਵਿੱਚ ਪੂਰੀ ਹੋ ਜਾਊ ਜੀ। ਸੋ ਧੰਨਵਾਦ ਜੀ ਤੁਹਾਡਾ, ਮਿਹਰਬਾਨੀ। ਤੇ ਹੁਣ ਚੱਲਦੇ ਆ ਮੋਗੇ, ਸੂਰਜ ਮਿੱਤਲ ਜੀ ਸਾਡੇ ਨਾਲ ਨੇ। ਸੂਰਜ ਜੀ, ਸਭ ਤੋਂ ਪਹਿਲਾਂ ਉਹ ਦੱਸੋ, ਜਿਵੇਂ ਆਪਾਂ ਕਹਿੰਦੇ ਸੀ ਆੜ੍ਹਤੀਏ ਨਾਲ ਹੜਤਾਲ ਤੇ ਚਲੇ ਜਾਣ, ਕੀ ਸਥਿਤੀ ਹੈ ਜੀ? ਬਿਲਕੁਲ, ਅੱਜ ਜਿਹੜਾ ਹੈਗਾ ਵਾ ਸਥਿਤੀ ਥੋੜੀ ਜਿਹੀ ਸੰਭਲ ਗਈ ਕਿਉਂਕਿ ਕੱਲ ਦੱਸਿਆ ਤੁਹਾਨੂੰ ਚ ਮਾਰਕੀਟ ਕਮੇਟੀ ਦੇ ਸਕੱਤਰ ਤੇ ਹੋਰ ਜਿਹੜੇ ਹੈਗੇ ਅਧਿਕਾਰੀ ਚੰਡੀਗੜ੍ਹ ਗਏ ਸੀਗੇ ਖੁਦ, ਕਿਉਂਕਿ ਲੋਕਾਂ ਦੇ ਕਈਆਂ ਨੂੰ ਗੇਟ ਪਾਸ ਨਹੀਂ ਮਿਲ ਰਹੇ ਸੀ, ਆੜ੍ਹਤੀਆਂ ਨੂੰ ਕਾਫੀ ਪਰੇਸ਼ਾਨੀ ਪੇਸ਼ ਆ ਰਹੀ ਸੀਗੀ। ਉਹ ਦੇਰ ਰਾਤ ਤੱਕ ਉੱਥੋਂ ਕੋਈ ਸਹੀ ਕਰਾ ਕੇ ਆਇਆ ਤੇ ਅੱਜ ਉਹਦੇ ਵਿੱਚ ਲਿਸਟ 'ਚ 130 ਜਿਹੜੇ ਹੈਗੇ ਆ ਹੋਰ ਨਾਮ ਨਵੇਂ ਐਡ ਹੋ ਗਏ
ਜਿਹਦੇ ਕਰਕੇ ਕੁਛ ਤਾਂ ਅੱਜ ਇੱਥੇ ਮਾਹੌਲ ਸ਼ਾਂਤ ਰਿਹਾ। ਕੁਛ ਜਿਨ੍ਹਾਂ ਨੂੰ ਪਹਿਲਾਂ ਗੇਟ ਪਾਸ ਨਹੀਂ ਮਿਲੇ ਸੀ ਉਹਨਾਂ ਨੂੰ ਗੇਟ ਪਾਸ ਰਿਲੀਜ਼ ਹੋ ਗਏ ਜੀ। ਪਰ ਉਮੀਦ ਹੈ ਨਹੀਂ ਸੀਗੀ। ਪਰ ਇਹਨਾਂ ਦੇ ਸਿਸਟਮ ਜਿਹੜਾ ਹੈਗਾ ਵਾ ਇਹਨਾਂ ਦੇ ਜਾਣ ਨਾਲ ਹੀ ਜਿਹੜਾ ਹੈਗਾ ਉੱਥੇ ਐਡ ਕਰਨ ਨਾਲ ਇਹ ਸਾਰਾ ਕੰਮ ਗੱਡੀ ਲਾਈਨ ਤੇ ਆ ਸਕੇ। ਨਹੀਂ ਤਾਂ ਅੱਜ ਜਿਹੜੀ ਮੈਂ ਤੁਹਾਨੂੰ ਪਿਛਲੇ ਦਿਨੀ ਦੱਸਿਆ ਸੀਗਾ ਵੀ ਅੱਜ ਇੱਥੇ ਕੋਈ ਸਥਿਤੀ ਹੋਰ ਤਰ੍ਹਾਂ ਦੀ ਦੇਖਣ ਨੂੰ ਮਿਲ ਸਕਦੀ ਹੈ। ਉਹ ਸਥਿਤੀ ਜਿਹੜੀ ਹੈਗੀ ਮਾਰਕੀਟ ਕਮੇਟੀ ਦੇ ਉੱਤੇ ਕਲੰਕ ਲੱਗਣੋਂ ਬਚ ਗਿਆ, ਸਰਕਾਰ ਦਾ ਭਾਂਡਾ ਫੁੱਟਣੋਂ ਵੀ ਬਚ ਗਿਆ ਆਪਾਂ ਕਹਿ ਸਕਦੇ ਹੈਗੇ ਆ। ਸੋ ਇਸ ਨਾਲ ਥੋੜੀ ਜਿਹੀ ਅੱਜ ਰਾਹਤ ਤਾਂ ਮਿਲੀ ਹੈਗੀ ਆੜ੍ਹਤੀਆਂ ਨੂੰ। ਪਰ ਹੁਣ ਇਹ ਆਉਣ ਵਾਲੇ ਦਿਨਾਂ ਚ ਹੁਣ ਜੇ ਕੱਲ ਨੂੰ ਗੱਲ ਕਰਾਂਗੇ ਜਾਂ ਪਰਸੋਂ ਗੱਲ ਕਰਾਂਗੇ ਕਿ ਗੇਟ ਪਾਸ ਕੀ ਉਸੇ ਤਰ੍ਹਾਂ ਰੂਟੀਨ ਨਾਲ ਸਹੀ ਨਿਕਲੂਗੇ ਜਾਂ ਫਿਰ ਉਸੇ ਤਰ੍ਹਾਂ ਹੀ ਇਹਨਾਂ ਦਾ ਕੋਈ ਢਾਂਚਾ ਵਿਗੜਦਾ ਜਾਂ ਸੌਫਟਵੇਅਰ 'ਚ ਕੋਈ ਪ੍ਰੋਬਲਮ ਆਉਂਦੀ ਹੈਗੀ ਹੈ। ਫਿਰ ਇਹ ਤਾਂ ਮੌਕਾ ਉਦੋਂ ਦੀ ਦੱਸੇਗਾ। ਪਰ ਫਿਲਹਾਲ ਜਿਹੜਾ ਅੱਜ ਕੁਛ ਆੜ੍ਹਤੀਆਂ ਨੂੰ ਰਾਹਤ ਮਿਲੀ ਹੈਗੀ ਹੈ, ਕੁਛ ਉਹਨਾਂ ਨੂੰ ਗੇਟ ਪਾਸ ਮਿਲੇ ਹੈਗੇ ਤੇ ਉਹਨਾਂ ਨੇ ਆਪਦੇ ਕਿਸਾਨ ਜਿਹੜੇ ਹੈਗੇ ਉਹਨਾਂ ਨੂੰ ਪਹੁੰਚਾਏ ਹੈਗੇ ਤੇ ਕੰਮ ਥੋੜਾ ਜਿਹਾ ਸੁਚਾਰੂ ਰੂਪ ਨਾਲ ਉਹਨਾਂ ਦਾ ਚੱਲ ਸਕਿਆ। ਪਰ ਜੇ ਗੱਲ ਕਰੀਏ ਮੋਗਾ ਜ਼ਿਲ੍ਹੇ 'ਚ ਕਰੋਨਾ ਦੀ ਤੇ ਅੱਜ ਮੋਗਾ ਜ਼ਿਲ੍ਹੇ ਨੂੰ ਬੜੀ ਵੱਡੀ ਖੁਸ਼ਖਬਰੀ ਹੈਗੀ ਹੈ। ਜਿਹੜੀ ਕਰੋਨਾ ਦੇ 4 ਇੱਥੇ ਪੋਜ਼ਿਟਿਵ ਮਰੀਜ਼ ਸੀਗੇ ਜੀ, ਉਹਨਾਂ ਦੀ ਰਿਪੋਰਟ ਜਿਹੜੀ ਹੈਗੀ ਕੱਲ ਦੇਰ ਸ਼ਾਮ ਆ ਗਈ ਸੀਗੀ, ਉਹ ਨੈਗੇਟਿਵ ਆ ਗਈ ਹੈ। ਤੁਸੀਂ ਇਹ ਕਹਿ ਸਕਦੇ ਹੋ ਨਵਾਂ ਸ਼ਹਿਰ ਤੋਂ ਬਾਅਦ ਹੁਣ ਮੋਗਾ ਜ਼ਿਲ੍ਹਾ ਵੀ ਜਿਹੜਾ ਹੈਗਾ ਵਾ ਕਰੋਨਾ ਮੁਕਤ ਹੋ ਗਿਆ। ਪੋਜ਼ਿਟਿਵ ਜਿਹੜੇ ਹੈਗੇ ਸਾਰੇ ਨੈਗੇਟਿਵ ਆ ਚੁੱਕੇ ਆ ਤੇ ਸਕਰਾਂਤਿਕ ਜਿਹੜੇ ਆਪਾਂ ਕਹਿ ਸਕਦੇ ਹਾਂ ਜਿਹੜੇ ਕੋਈ ਜਾਂਚ ਵਾਸਤੇ ਹੈਗੇ ਸੱਕੀ ਹੈਗੇ ਆ ਉਹਨਾਂ ਦੇ ਕੋਈ ਸੈਂਪਲ ਹਜੇ ਲਏ ਜਾ ਰਹੇ ਹੈਗੇ, ਭੇਜੇ ਜਾ ਰਹੇ। ਜਿਵੇਂ ਕੱਲ ਇੱਕ 12 ਮਜ਼ਦੂਰ ਰੇਲ ਦੀ ਗੱਡੀ ਪਟਰੀ ਦੇ ਨਾਲ ਚੱਲ ਰਹੇ ਲੁਧਿਆਣੇ ਤੋਂ ਮੋਗੇ ਪਹੁੰਚੇ ਸੀਗੇ ਜੀ। ਉਹਨਾਂ ਨੂੰ ਰਾਹ 'ਚ ਕਿਸੇ ਨੇ ਰੋਕਿਆ ਪਰ ਮੋਗਾ ਪਹੁੰਚਣ ਦੇ ਉੱਤੇ ਉਹਨਾਂ ਵੱਲੋਂ ਜਿਹੜਾ ਹੈਗਾ ਵਾ ਐਂਬੂਲੈਂਸ ਉਹਨਾਂ ਨੂੰ ਡਾਕਟਰ ਟੀਮ ਨੂੰ ਬੁਲਾਇਆ ਗਿਆ ਔਰ ਉਹਨਾਂ ਨੂੰ ਉੱਥੇ ਸਿਵਲ ਹਸਪਤਾਲ ਲੈ ਗਿਆ। ਉਹਨਾਂ ਦੇ ਹੁਣ ਸੈਂਪਲ ਜਾਂਚ ਲਈ ਭੇਜੇ ਹੈਗੇ ਆ ਤੇ ਬਾਕੀ ਤਾਂ ਉਹਨਾਂ ਦੀ ਹੁਣ ਸਿਹਤ ਤਾਂ ਠੀਕ ਦੱਸ ਰਹੇ ਡਾਕਟਰ। ਪਰ ਵੱਡੀ ਖੁਸ਼ਖਬਰੀ ਜਿਹੜੀ ਇਹ ਸਾਹਮਣੇ ਨਿਕਲ ਕੇ ਆਈ ਹੈ ਮੋਗਾ ਦੇ ਵਿੱਚੋਂ 4 ਜਿਹੜੇ ਪੋਜ਼ਿਟਿਵ ਮਰੀਜ਼ ਸੀ ਉਹਨਾਂ ਦੇ ਸੈਂਪਲ ਨੈਗੇਟਿਵ ਆ ਚੁੱਕੇ ਆ। ਜੀ, ਚਲੋ ਚੰਗੀ ਗੱਲ ਹੈ ਜੀ। ਤੇ ਕੁਛ ਕਹਿੰਦੇ ਫੈਕਟਰੀਆਂ ਸੀਲ ਹੋ ਰਹੀਆਂ ਨੇ ਮੋਗੇ 'ਚ। ਬਿਲਕੁਲ ਜੀ ਬਿਲਕੁਲ। ਇੱਕ ਭੁਜੀਆ ਬਣਾਉਣ ਵਾਲੀ ਫੈਕਟਰੀ ਸੀਗੀ, ਬੜੀ ਉੱਥੇ ਗੰਦਗੀ, ਬੜੇ ਹੋਰ ਹਿਸਾਬ ਨਾਲ ਗੰਦੇ ਪੈਰਾਂ ਨਾਲ ਜਿੱਥੇ ਫੈਕਟਰੀ 'ਚ ਬੰਦਾ ਤੁਰਿਆ ਫਿਰਦਾ ਉੱਥੇ ਹੀ ਜ਼ਮੀਨ ਤੇ ਉਸੇ ਥਾਂ ਭੁਜੀਆ ਬਣਾਇਆ ਜਾ ਰਿਹਾ। ਬੋਕਰ ਦੇ ਨਾਲ ਭੁਜੀਆ ਸਾਫ਼ ਕੀਤਾ ਜਾ ਰਿਹਾ। ਇਹ ਸਾਰੀਆਂ ਤਸਵੀਰਾਂ ਸਾਡੇ ਕੋਲ ਆਪਦੇ ਕੈਮਰੇ 'ਚ ਅਸੀਂ ਕੈਦ ਵੀ ਕੀਤੀਆਂ ਔਰ ਮੌਕੇ ਤੇ ਜਿਹੜਾ ਹੈਗਾ ਉੱਥੇ ਪੁਲਿਸ ਵੀ ਪਹੁੰਚ ਗਈ। ਉਹ ਫੈਕਟਰੀ ਮਾਲਕ ਕੋਈ ਪਰਮਿਸ਼ਨ ਵੀ ਨਹੀਂ ਸੀਗੀ, ਬਸ ਇੱਕ ਇਹੀ ਕਹਿੰਦਾ ਦਿਖਿਆ ਵੀ ਅਖਬਾਰਾਂ 'ਚ ਮੈਂ ਪੜ੍ਹਿਆ ਸੀਗਾ ਪਰ ਕੋਈ ਫੈਕਟਰੀ ਤੇ ਕੋਲ ਖੋਲਣ ਦੀ ਪਰਮਿਸ਼ਨ ਨਹੀਂ ਸੀਗੀ। ਪਰ ਹਾਲ ਪੁਲਿਸ ਨੇ ਜਿਹੜੇ ਉੱਥੇ ਵਰਕਰ ਕੰਮ ਕਰਦੇ ਸੀਗੇ ਉਹਨਾਂ ਨੂੰ ਰਾਉਂਡ ਅਪ ਕਰ ਲਿਆ ਔਰ ਮੈਨੂੰ ਲੱਗਦਾ ਉਹਨਾਂ ਤੇ ਅੱਜ ਸ਼ਾਇਦ ਮਾਮਲਾ ਵੀ ਦਰਜ ਕਰ ਲਿੱਤਾ ਜਾਵੇ ਕਿਉਂਕਿ ਕੱਲ ਉਹਨੇ ਫੈਕਟਰੀ ਨੂੰ ਤਾਲਾ ਲਗਾ ਦਿੱਤਾ ਗਿਆ ਸੀਗਾ। ਪਰ ਹਾਲ ਅੰਦਰ ਫੈਕਟਰੀ ਦਾ ਬਹੁਤ ਮਾੜਾ ਸੀਗਾ ਕਿਉਂਕਿ ਜਿਹੜੀ ਚੀਜ਼ ਬਣ ਰਹੀ ਸੀ ਉਹੀ ਚੀਜ਼ ਲਿਫਾਫਿਆਂ 'ਚ ਪੈਕ ਹੋ ਕੇ ਜਿਹੜੀ ਬਾਜ਼ਾਰ ਦੇ ਵਿੱਚ ਆਉਣੀ ਹੈ ਤੇ ਜਦੋਂ ਆਪਣਾ ਖਾਣਾ ਹੈਗਾ ਆਪਾਂ ਨੂੰ ਆਪਣੇ ਲੋਕਾਂ ਦੀ ਪਹੁੰਚ ਜਾਣੀ ਹੈ ਕਿਉਂਕਿ ਆਪਾਂ ਤਾਂ ਅੱਖਾਂ ਬੰਦ ਕਰਕੇ ਉਹਨਾਂ ਚੀਜ਼ ਨੂੰ ਜਿਹੜਾ ਲੈ ਲੈਣਾ ਆਪਾਂ ਨੂੰ ਪਤਾ ਹੀ ਨਹੀਂ ਕੀ ਕਿੱਥੋਂ ਬਣ ਰਹੀ ਕਿਵੇਂ ਤਿਆਰ ਹੋ ਰਹੀ ਹੈ। ਤੇ ਉਹ ਸਾਰਾ ਸਿਹਤ ਨਾਲ ਹੀ ਖਿਲਵਾੜ ਹੈਗਾ। ਇੱਕ ਪਾਸੇ ਜਿਹੜੀ ਕਰੋਨਾ ਉਧਰੋਂ ਹੈਗਾ ਤੇ ਦੂਜੇ ਪਾਸੇ ਇੱਕ ਇਹ ਦਾਅਵਤ ਦੇ ਰਹੇ ਹੈਗੇ ਲੋਕਾਂ ਦੇ ਸਰੀਰ ਨਾਲ ਖਿਲਵਾੜ ਕਰ ਰਹੇ ਹੈਗੇ ਆ। ਸੋ ਕੱਲ ਜਿਹੜੇ ਹੈਗੇ ਪੁਲਿਸ ਨੇ ਚੌਕਸੀ ਵਰਤਦੇ ਹੋਏ ਜਿਹੜਾ ਉਹ ਫੈਕਟਰੀ ਨੂੰ ਸੀਲ ਕਰ ਦਿੱਤਾ। ਸੋ ਚੰਗੀ ਗੱਲ ਹੈ ਜੀ। ਜੇ ਸੀਲ ਹੋ ਗਈ ਤਾਂ ਕੋਈ ਮਾਮਲਾ ਵਗੈਰਾ ਕੋਈ ਮੁਕੱਦਮਾ ਵਗੈਰਾ ਦਰਜ ਕੀਤਾ ਹੋਵੇ? ਨਹੀਂ, ਫਿਲਹਾਲ ਉਦੋਂ ਕੋਈ ਦਰਜ ਨਹੀਂ ਕੀਤਾ ਸੀਗਾ। ਪੁਲਿਸ ਦਾ ਇਹੀ ਤਰਕ ਸੀਗਾ ਵੀ ਅਸੀਂ ਇਹਦੇ ਕੋਲ ਜਿਹੜੇ ਇੱਕ ਵਾਰੀ ਜਾਂਚ ਕਰ ਲਈ ਇਹਦੇ ਕੋਲ ਕੋਈ ਪਰਮਿਸ਼ਨ ਹੈ ਤਾਂ ਨਹੀਂ। ਪਰ ਉਹਨੇ ਆਪਦੇ ਮੂੰਹ ਸਾਡੇ ਔਨ ਰੋਲ ਕੈਮਰੇ 'ਚ ਮੰਨਿਆ ਸੀਗਾ ਕਿ ਉਹਦੇ ਕੋਲ ਕੋਈ ਪਰਮਿਸ਼ਨ ਨਹੀਂ ਹੈਗੀ। ਪਰ ਉਸ ਤੋਂ ਬਾਅਦ ਵੀ ਪੁਲਿਸ ਕਹਿ ਰਹੀ ਆਪਦੀ ਜਾਂਚ ਕਰ ਲਈਏ ਤਾਂ ਉਹਨਾਂ ਦੀ ਹੁਣ ਜਾਂਚ ਦਾ ਵਿਸ਼ਾ ਹੈਗਾ ਉਹਨਾਂ ਨੇ ਕੀ ਜਾਂਚ ਕਰਨੀ ਹੈਗੀ ਹੈ, ਕਿਸ ਤਰ੍ਹਾਂ ਦੀ ਜਾਂਚ ਕਰਨੀ ਹੈਗੀ ਹੈ। ਪਰ ਸਾਰੀ ਚੀਜ਼ ਸੱਚਾਈ ਉੱਥੇ ਬਿਲਕੁਲ ਪੁਲਿਸ ਦੇ ਸਾਹਮਣੇ ਸੀਗੀ। ਜੀ। ਸੋ ਧੰਨਵਾਦ ਜੀ ਤੁਹਾਡਾ, ਮਿਹਰਬਾਨੀ। ਤੇ ਹੁਣ ਚੱਲਦੇ ਹਾਂ ਜੀ ਫਾਜ਼ਿਲਕਾ। ਸੁਰਿੰਦਰ ਜੀ ਸਤਿ ਸ਼੍ਰੀ ਅਕਾਲ। ਸੁਰਿੰਦਰ ਜੀ, ਤੇ ਸਭ ਤੋਂ ਪਹਿਲਾਂ ਤਾਂ ਜਿਹੜਾ ਰੂਪਨਗਰ, ਬਾਰੇਕਾ ਤੇ ਇਹਨਾਂ ਪਿੰਡਾਂ ਦੇ ਵਿੱਚ ਜਿਹੜਾ ਬਾਰਡਰ ਤੇ ਨੇ ਉੱਥੇ ਟਿੱਡੀ ਦਲ ਮੁੜ ਸੁਰਜੀਤ ਹੋ ਗਿਆ ਜੀ, ਕੀ ਖਬਰ ਹੈ? ਜੀ ਬਿਲਕੁਲ, ਹਾਂ। ਜਿਸ ਤਰ੍ਹਾਂ ਕਿ ਇਸ ਟਿੱਡੀ ਦਲ ਵੱਲੋਂ ਜਿਹੜਾ 2 ਮਹੀਨੇ ਪਹਿਲਾਂ ਵੀ ਅਟੈਕ ਕੀਤਾ ਗਿਆ ਸੀਗਾ ਜੀ ਉੱਥੇ ਉਦੋਂ ਤਾਂ ਸਰੋਂ ਦੀ ਫਸਲ ਵੀ ਕਾਫੀ ਖੜੀ ਸੀਗੀ ਔਰ ਥੋੜਾ ਬਹੁਤ ਨੁਕਸਾਨ ਪਹੁੰਚਿਆ ਸੀਗਾ। ਚਾਰੇ ਨੂੰ ਜੇ ਛੋਲਿਆਂ ਦੀ ਫਸਲ ਸੀਗੀ ਔਰ ਤਾਰੇ ਮੀਰੇ ਦੀ ਫਸਲ ਸੀਗੀ ਉਹਨਾਂ ਫਸਲਾਂ ਨੂੰ ਨੁਕਸਾਨ ਹੋਇਆ ਸੀਗਾ। ਇਸ ਤਰ੍ਹਾਂ ਜਿਹੜਾ ਖੇਤੀਬਾੜੀ ਮਹਿਕਮੇ ਵੱਲੋਂ ਜਿਹੜੀਆਂ ਕਾਫੀ ਸਪਰੇਆਂ ਕੀਤੀਆਂ ਗਈਆਂ ਸੀਗੀਆਂ ਔਰ ਇਸ ਦੇ ਉੱਤੇ ਕੰਟਰੋਲ ਪਾ ਲਿਆ ਗਿਆ ਸੀਗਾ। ਲੇਕਿਨ ਜਿਹੜਾ ਉਹ ਮਹੀਨਾ ਸੀਗਾ ਉਹ ਮਹੀਨਾ ਜਿਹੜਾ ਉਹਨਾਂ ਦਾ ਜਿਹੜਾ ਆਂਡੇ ਦੇਣ ਦਾ ਮਹੀਨਾ ਹੁੰਦਾ ਉਸ ਦੇ ਵਿੱਚ ਉਹ ਜਿਹੜਾ ਟਿੱਡੀ ਦਲ ਸੀਗਾ ਉਹਨਾਂ ਦੇ ਉੱਥੇ ਆਂਡੇ ਦੇ ਦਿੱਤੇ ਗਏ। ਉਹ ਆਂਡੇ ਜਿਹੜੇ ਹੁਣ ਉਹਨਾਂ ਵਿੱਚੋਂ ਬੱਚੇ ਪੈਦਾ ਹੋ ਗਏ। ਉਹ ਜਦੋਂ ਬੱਚੇ ਪੈਦਾ ਹੋਣ ਤੋਂ ਬਾਅਦ ਦੁਬਾਰਾ ਫਿਰ ਉਹਨਾਂ ਦੀ ਮਾਤਰਾ ਵੱਧ ਗਈ
ਉਸ ਦੇ ਨਾਲ ਜਿਹੜਾ ਇਹ ਦੁਬਾਰਾ ਅਟੈਕ ਹੋ ਗਿਆ ਪੂਰੇ ਪਿੰਡ ਦੇ ਵਿੱਚ। ਤੇ ਲੇਕਿਨ ਜਿਹੜਾ ਇਹਦੀ ਮੇਨ ਗੱਲ ਇਹ ਹਰੀਆਂ ਫਸਲਾਂ ਨੂੰ ਜ਼ਿਆਦਾ ਪੈਂਦਾ ਹੈ ਜੀ। ਔਰ ਇਸ ਟਾਈਮ ਫਸਲ ਤਾਂ ਜੋ ਕਣਕ ਦੀ ਹੈ ਉਹ ਪੂਰੀ ਪੱਕ ਕੇ ਤਿਆਰ ਹੋ ਚੁੱਕੀ ਹੈ, ਲੇਕਿਨ ਜਿਹੜਾ ਪਸ਼ੂਆਂ ਦਾ ਚਾਰਾ ਹੈ ਉਹਦੇ ਤੇ ਅਟੈਕ ਕਰ ਰਿਹਾ ਇਸ ਟਾਈਮ ਜੀ। ਲੇਕਿਨ ਜਿਹੜੇ ਮਹਿਕਮੇ ਦੇ ਅਧਿਕਾਰੀ ਨੇ ਉਹ ਲੱਗੇ ਹੋਏ ਨੇ ਪੂਰੀ ਮੁਸ਼ੱਕਤ ਦੇ ਨਾਲ, ਸਪਰੇਆਂ ਕੀਤੀਆਂ ਜਾ ਰਹੀਆਂ ਉਹਨਾਂ ਵੱਲੋਂ। ਕਾਫੀ ਜਿਹੜਾ ਦਰਖਤਾਂ ਤੇ ਪੂਰੇ ਬਾਰਡਰ ਇਲਾਕੇ ਦੇ 2-3 ਪਿੰਡ ਇਸ ਇਲਾਕੇ ਦੇ ਆਉਂਦੇ ਨੇ, ਨਗਰ ਵੀ ਆਉਂਦਾ, ਬਾਰੇਗਾ ਵੀ ਆਉਂਦਾ, ਬਿਲਕੁਲ ਬਾਰਡਰ ਦੇ ਪਿੰਡ ਨੇ। ਬਾਰਡਰ ਤੇ ਕੰਟਰੋਲ ਦਾ ਜਿਹੜਾ ਕੀਤਾ ਜਾ ਰਿਹਾ ਮਹਿਕਮੇ ਵੱਲੋਂ, ਪ੍ਰਸ਼ਾਸਨ ਵੱਲੋਂ ਕਾਫੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਜੀ। ਪਰ ਜਿਹੜੀ ਸਮੱਸਿਆ ਇਹ ਸੀਗੀ ਕਿ ਬਾਰਡਰ ਹੋਣ ਦੇ ਕਰਕੇ ਜਿਹੜਾ ਇਹ ਟਿੱਡੀ ਦਲ ਹੈ ਕੁਛ ਇਸ ਏਰੀਏ 'ਚ ਆ ਜਾਂਦਾ, ਕੁਛ ਪਾਕਿਸਤਾਨ ਦੇ ਏਰੀਏ ਚਲਾ ਜਾਂਦਾ। ਤੇ ਪਹਿਲਾਂ ਵੀ ਆਇਆ ਸੀਗਾ, ਉਦੋਂ ਵੀ ਵੱਡੇ ਵੱਡੇ ਚਿੜ ਝੁੰਡ ਸੀਗੇ, ਉਦੋਂ ਤੱਕ ਤਕਰੀਬਨ 2-3 ਕਿਲੋਮੀਟਰ ਦੇ ਝੁੰਡ ਸੀਗੇ ਲੰਬੇ ਜੀ। ਉਹ ਕਦੀ ਉਡਾਰੀ ਮਾਰ ਕੇ ਇੱਧਰ ਇਸ ਪਾਸੇ ਬਹਿ ਜਾਂਦੇ ਸੀ, ਕਦੀ ਉਸ ਪਾਸੇ ਬਹਿ ਜਾਂਦੇ ਸੀ। ਲੇਕਿਨ ਪਾਕਿਸਤਾਨ ਦੀ ਸਰਕਾਰ ਵੱਲੋਂ ਉਹਨਾਂ ਤੇ ਕਿਸੇ ਤਰ੍ਹਾਂ ਦਾ ਉਦੋਂ ਉਸ ਟਾਈਮ ਕੋਈ ਕੰਟਰੋਲ ਨਹੀਂ ਕੀਤਾ ਗਿਆ ਸੀ, ਨਾ ਹੀ ਹੁਣ ਕੀਤਾ ਜਾ ਰਿਹਾ ਉਹਨਾਂ ਤੇ ਜੀ। ਬਸ ਮੇਨ ਜਿਹੜੀ ਸਮੱਸਿਆ ਖੇਤੀਬਾੜੀ ਮਹਿਕਮੇ ਵਾਲਿਆਂ ਨੂੰ ਆ ਰਹੀ ਹੈ ਜਾਂ ਕਿਸਾਨਾਂ ਨੂੰ ਇਹ ਆ ਰਹੀ ਹੈ ਕਿ ਜਿਹੜਾ ਟਿੱਡੀ ਦਲ ਹੈ ਜਦੋਂ ਉੱਧਰ ਚਲਾ ਜਾਂਦਾ ਹੈ ਉਦੋਂ ਉਹਨਾਂ ਤੇ ਕੁਛ ਕਰ ਨਹੀਂ ਸਕਦੇ ਕਾਰਵਾਈ। ਉਦੋਂ ਜਦੋਂ ਇਹ ਉੱਡ ਕੇ ਇੱਧਰ ਆ ਜਾਂਦਾ ਉਦੋਂ ਫਿਰ ਇਹ ਫਸਲ ਦਾ ਨੁਕਸਾਨ ਕਰ ਦਿੰਦਾ, ਕਿਉਂਕਿ ਕਿੰਨੂ ਦਾ ਇਲਾਕਾ ਹੈ, ਕਿੰਨੂ ਦੇ ਬਾਗ ਵੀ ਕਾਫੀ ਨੇ, ਔਰ ਕਿੰਨੂਆਂ ਦੀ ਫਸਲ ਨੂੰ ਵੀ ਜਿਹੜਾ ਇਹਨੇ ਥੋੜ੍ਹਾ ਬਹੁਤ ਨੁਕਸਾਨ ਪਹੁੰਚਾਇਆ ਸੀਗਾ ਪਹਿਲਾਂ ਵੀ, ਹੁਣ ਵੀ ਜਿਹੜਾ ਪਹੁੰਚਾ ਰਿਹਾ। ਲੇਕਿਨ ਮਹਿਕਮਾ ਫਿਰ ਵੀ ਇਹਦੇ ਤੇ ਕੰਟਰੋਲ ਕਰਨ ਵਾਸਤੇ ਲੱਗਿਆ ਬਿਲਕੁਲ ਜੀ ਜੀ ਜੀ। ਸੋ ਕਣਕ ਵਗੈਰਾ ਦੀ ਖਰੀਦੀ ਜਿਵੇਂ ਤੁਸੀਂ ਆਖਿਆ ਟਰਾਲੀਆਂ ਪੁੱਠੀਆਂ ਮੁੜੀ ਜਾਂਦੇ ਨੇ, ਉਹਦੇ ਬਾਰੇ ਕੀ ਅਪਡੇਟਸ ਜੀ? ਬਿਲਕੁਲ ਹਾਂ, ਅੱਜ ਹੀ ਜਿਹੜਾ ਇੱਕ ਮਾਮਲਾ ਪਿੰਡ ਧਰਾਂਗ ਵਾਲਾ ਉੱਥੋਂ ਦੇ ਫੋਕਲ ਪੁਆਇੰਟਾਂ ਦੇ ਜਿਹੜੇ ਕਿਸਾਨ ਬੈਠੇ ਉਹਨਾਂ ਨੂੰ ਜਿਹੜੀਆਂ ਮੁਸ਼ਕਿਲਾਂ ਕਾਫੀ ਆ ਰਹੀਆਂ, ਕਿਉਂਕਿ ਉਹ ਜਿਹੜਾ ਮੰਨ ਲਓ ਮੰਡੀ ਦੇ ਅੰਦਰ ਐਂਟਰ ਕਰਨ ਤੋਂ ਪਹਿਲਾਂ ਤਾਂ ਚੈਕਿੰਗ ਕੀਤੀ ਜਾ ਰਹੀ ਹੈ ਨਵੀਂ ਦੀ, ਲੇਕਿਨ ਹੁਣ ਜਿਹੜੇ ਉੱਥੇ 2-2 ਦਿਨ ਹੋ ਗਏ ਬੈਠੇ ਕਿਸਾਨਾਂ ਨੂੰ, ਉਹਨਾਂ ਦਾ ਇਹ ਕਹਿਣਾ ਹੈ ਕਿ ਮੰਡੀ ਐਂਟਰੀ ਕਰਨ ਤੋਂ ਪਹਿਲਾਂ ਉਹਨਾਂ ਦੀ ਜਿਹੜਾ ਮੋਸਟਰ ਸੀਗਾ ਉਹ 11 ਸੀਗਾ ਜੀ। ਲੇਕਿਨ ਜਦੋਂ ਖਰੀਦ ਕਰਨ ਵਾਲੀਆਂ ਏਜੰਸੀਆਂ ਆਈਆਂ ਨੇ ਤੇ ਉਦੋਂ ਉਹਨਾਂ ਦਾ ਮੋਸਟਰ ਜਿਹੜਾ ਉਹ 13 ਦੱਸ ਰਹੇ ਨੇ, 14 ਦੱਸ ਰਹੇ ਨੇ। ਜ਼ਿਆਦਾ ਮੋਸਟਰ ਹੋਣ ਕਰਕੇ ਉਹਨਾਂ ਦੀ ਫਸਲ ਦੀ ਖਰੀਦ ਨਹੀਂ ਹੋ ਰਹੀ ਔਰ ਨਾ ਹੀ ਲਿਫਟਿੰਗ ਹੋ ਰਹੀ। ਇਸ ਕਰਕੇ ਉਹਨਾਂ ਨੂੰ 2-2 ਦਿਨ ਹੋ ਗਏ ਇੱਥੇ ਪਰੇਸ਼ਾਨ ਹੁੰਦਿਆਂ ਨੂੰ। ਉਹਨਾਂ ਦਾ ਇਹੀ ਕਹਿਣਾ ਹੈ ਕਿ ਜਿਵੇਂ ਜੇ ਮੌਸਮ ਦੇ ਹਿਸਾਬ ਨਾਲ ਜਿਵੇਂ ਮੋਸਟਰ ਬਦਲਦਾ ਰਹਿੰਦਾ ਤੇ ਕੁਛ ਛੂਟ ਮਿਲਣੀ ਚਾਹੀਦੀ ਹੈ ਕਿਸਾਨਾਂ ਨੂੰ ਮਾੜੀ ਮੋਟੀ, ਕਿਉਂਕਿ ਉਹ ਬਰਸਾਤ ਦਾ ਵੀ ਕੋਈ ਪਤਾ ਨਹੀਂ, ਮੌਸਮ ਕਦੀ ਰੁਕ ਜਾਂਦਾ, ਕਦੀ ਬਾਰਿਸ਼ ਵੀ ਹੋ ਸਕਦੀ ਹੈ। ਹਨੇਰੀਆਂ ਦੇ ਦਿਨ ਚੱਲਦੇ ਨੇ ਇਹਨਾਂ ਦਿਨਾਂ ਦੇ, ਤੇ ਉਹਨਾਂ ਨੂੰ ਜ਼ਿਆਦਾ ਖਤਰਾ ਹੈ ਕਿਉਂਕਿ ਜਿਹੜੀ ਖੜੀ ਫਸਲ ਹੈ ਉਹ ਵੀ ਵਿਚਾਰੇ ਕੱਟ ਕੇ ਤਾਂ ਹੀ ਆਉਣਗੇ ਜੇ ਪਿਛਲੀ ਵਿਕੇਗੀ ਤੇ। ਮਜ਼ਦੂਰ ਵਰਗ ਵੀ ਜਿਹੜਾ ਮੰਡੀਆਂ 'ਚ ਬੈਠਾ ਉਹ ਵੀ ਇਸੇ ਪਿੱਛੇ ਬੈਠਾ ਬੇਕਾਰ ਹੈ। ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਜੇ ਕਿਸਾਨਾਂ ਦੀ ਜਿਹੜੀ ਫਸਲ ਵਿਕੇਗੀ ਤਾਂ ਹੀ ਉਹਨਾਂ ਨੂੰ ਕੰਮ ਮਿਲੇਗਾ, ਪਿਛਲੀ ਫਸਲ ਹੀ ਨਾ ਵਿਕੇਗੀ ਤੇ ਫਿਰ ਉਹ ਵੀ ਕਰਕੇ ਜਿਹੜਾ ਮਜ਼ਦੂਰੀ ਕਰ ਪਾ ਰਹੇ ਉਹ ਵੀ ਦਿੱਕਤ ਆ ਰਹੀ ਹੈ। ਮਿਹਰਬਾਨੀ ਸਰ ਤੁਹਾਡੀ, ਸ਼ੁਕਰੀਆ। ਤੇ ਹੁਣ ਆਪਾਂ ਚੱਲਦੇ ਹਾਂ ਜੀ ਬਠਿੰਡੇ। ਅਮਨਦੀਪ ਗੋਸਲ ਇਸ ਵਕਤ ਸਾਡੇ ਨਾਲ ਨੇ। ਅਮਨਦੀਪ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਮਨਦੀਪ ਜੀ, ਕਰੋਨਾ ਦੀ ਤਾਂ ਹਜੇ ਦਸਤਕ ਕਿਸੇ ਪ੍ਰਕਾਰ ਦੀ ਸੁੱਖ ਸ਼ਾਂਤੀ ਹੈ, ਪਰ ਜਿਹੜੇ ਕੱਲ ਕਸ਼ਮੀਰੀ ਵਾਪਸ ਆਏ ਸੀ ਉਹਨਾਂ ਦਾ ਕੀ ਬਣਿਆ ਜੀ? ਦੇਖੋ, ਫਿਲਹਾਲ ਪ੍ਰਸ਼ਾਸਨ ਨੇ ਉਹਨਾਂ ਦਾ ਜਿਹੜਾ ਰਹਿਣ ਤੇ ਖਾਣ ਪੀਣ ਦਾ ਪ੍ਰਬੰਧ ਕਰ ਦਿੱਤਾ ਹੈਗਾ, ਤੇ JNK ਗਵਰਨਮੈਂਟ ਦੇ ਜਿਹੜੇ ਅਗਲੇ ਸੁਨੇਹੇ ਦੀ ਉਡੀਕ ਕਰ ਰਹੇ ਨੇ ਵੀ ਅੱਗੋਂ ਕੀ ਸੁੱਖ ਸੁਨੇਹਾ ਆਉਂਦਾ, ਫਿਰ ਉਸ ਹਿਸਾਬ ਨਾਲ ਪ੍ਰਸ਼ਾਸਨ ਵੱਲੋਂ ਤਿਆਰੀ ਕੀਤੀ ਜਾਵੇਗੀ ਜੀ। ਤੇ ਜਿਹੜਾ ਹੈਗਾ ਕਰੋਨਾ ਵਾਇਰਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਸਖਤੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਜਿਹੜੀਆਂ ਮੇਨ ਐਂਟਰੀਜ਼ ਨੇ ਉਹ ਬੈਨ ਕਰ ਦਿੱਤੀਆਂ। ਜਿਹੜੇ ਕਰਮਚਾਰੀ ਦੂਜੇ ਜ਼ਿਲ੍ਹਿਆਂ ਦੇ ਵਿੱਚ ਨੌਕਰੀ ਕਰਦੇ ਨੇ ਉਹਨਾਂ ਨੂੰ ਵੀ E-ਪਾਸ ਦੀ ਜਿਹੜੀ ਹੈ ਹੁਣ ਪਰਮਿਸ਼ਨ ਲੈਣੀ ਪਵੇਗੀ ਅਗਰ ਬਠਿੰਡਾ ਜ਼ਿਲ੍ਹੇ ਦੇ ਵਿੱਚ ਉਹ ਐਂਟਰ ਕਰਦੇ ਨੇ। ਅੱਛਾ ਜੀ। ਵੈਸੇ ਉਹਨਾਂ ਨੂੰ ਹਦਾਇਤ ਕਰ ਦਿੱਤੀ ਗਈ ਹੈ ਵੀ ਰੋਜ਼ਾਨਾ ਅਪ ਡਾਊਨ ਜਿਹੜਾ ਉਹ ਬੰਦ ਕਰਨ, ਜਿੱਥੇ ਵੀ ਸਰਵਿਸ ਕਰਦੇ ਆ ਉੱਥੇ ਰਹਿਣ, ਭਾਵੇਂ ਉਹ ਬਠਿੰਡਾ ਸਰਵਿਸ ਕਰਦੇ ਨੇ ਜਾਂ ਬਠਿੰਡੇ ਤੋਂ ਬਾਹਰ ਕਰਦੇ ਨੇ ਜੀ। ਉਹਨਾਂ ਨੂੰ ਹਦਾਇਤ ਜਿਹੜਾ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰ ਦਿੱਤੀ ਗਈ ਹੈ। ਅੱਜ ਵੀ ਸ਼ਹਿਰ ਦੇ ਜਿਹੜੇ ਮੇਨ ਐਂਟਰੀ ਪੁਆਇੰਟਸ ਨੇ ਉਹਦੇ ਬੜੀ ਸਖਤੀ ਨਾਲ ਜਿਹੜਾ ਹੈਗਾ ਕਰਫਿਊ ਨੂੰ ਲਾਗੂ ਕੀਤਾ ਗਿਆ ਹੈਗਾ। ਭਾਵੇਂ ਕੋਈ ਦਵਾਈ ਲੈਣ ਵਾਲਾ ਸੀ, ਭਾਵੇਂ ਕੋਈ ਹੋਰ ਸੀਗਾ, ਜਿਹੜੇ ਪਰਚੀਆਂ ਚੱਕ ਕੇ ਵੀ ਸੜਕਾਂ ਤੇ ਫਿਰ ਰਹੇ ਸੀ, ਇੱਕ ਵਾਰ ਵਾਰਨਿੰਗ ਦੇ ਦਿੱਤੀ ਗਈ। ਉਹਨਾਂ ਦੇ ਜਿਹੜੇ ਗੱਡੀਆਂ ਦੇ ਨੰਬਰ ਤੱਕ ਨੋਟ ਕੀਤੇ ਗਏ ਨੇ ਤੇ ਉਦੋਂ ਬਾਅਦ ਉਹਨਾਂ ਨੂੰ ਇਹ ਵਾਰਨਿੰਗ ਦਿੱਤੀ ਗਈ ਹੈ ਵੀ ਜੇ ਦੁਬਾਰਾ ਤੁਸੀਂ ਰੋਡ ਤੇ ਦਿਖੇ ਤਾਂ ਇਸ ਤੋਂ ਬਾਅਦ ਤੁਹਾਡਾ ਜਿਹੜਾ ਵਹੀਕਲ ਵੀ ਬਾਉਂਡ ਹੋਏਗਾ ਤੇ ਚਲਾਨ ਵੀ ਕੀਤਾ ਜਾਏਗਾ, ਤੁਹਾਨੂੰ ਇੱਕ ਵਾਰ ਜੇਲ੍ਹ ਜ਼ਰੂਰ ਦਿਖਾਈ ਜਾਏਗੀ।
ਟੈਂਪਰੇਰੀ ਜੇਲ੍ਹ ਜੀ। ਤੇ ਜਿਹੜੀ ਦੂਸਰੀ ਗੱਲ ਹੈ ਵੱਡੀ, ਉਹ ਹੈ ਵੀ ਅੱਜ ਬਠਿੰਡਾ ਮੰਡੀ ਦਾ ਦੌਰਾ ਜਿਹੜਾ ਹੈਗਾ ਕੀਤਾ ਗਿਆ ਹੈ ਮਾਰਕੀਟ ਕਮੇਟੀ ਦੇ ਸੀਨੀਅਰ ਆਫੀਸਰਸ ਵੱਲੋਂ। ਪਰ ਜਿਹੜਾ ਹੈਗਾ ਇਹਦੇ ਵਿੱਚ ਇੱਕ ਹੋਰ ਜਿਹੜੀ ਵੱਡੀ ਗੱਲ ਹੈ ਵੀ ਉਹ ਵੀ ਮੀਡੀਆ ਦੇ ਸਵਾਲਾਂ ਤੋਂ ਬਚਦੇ ਆਏ। ਜਿਸ ਤਰ੍ਹਾਂ ਉਹਨਾਂ ਨੂੰ ਉਹਨਾਂ ਦੇ ਅਧਿਕਾਰੀਆਂ ਨੇ ਦੱਸਿਆ ਉਸੇ ਤੇ ਪਾਬੰਦ ਰਹੇ, ਭਾਵੇਂ ਮੀਡੀਆ ਨੇ ਉਹਨਾਂ ਨੂੰ ਸਵਾਲ ਜਵਾਬ ਕੀਤਾ ਵੀ ਇਹ ਫਲਾਣੀ ਚੀਜ਼ ਦੀ ਕਿਸਾਨਾਂ ਨੂੰ ਦਿੱਕਤ ਆ ਰਹੀ ਹੈ, ਤਾਂ ਉਹਨਾਂ ਨੇ ਇਸ ਚੀਜ਼ ਤੋਂ ਪਾਸਾ ਵੱਟਿਆ ਨਹੀਂ ਜੀ, ਫਿਲਹਾਲ ਇਹ ਜਿਹੀ ਕੋਈ ਗੱਲ ਨਹੀਂ ਹੈਗੀ। ਤੇ ਜਿਹੜੇ ਹੈਗੇ ਆ ਵੇਅਰ ਹਾਊਸ ਦੇ ਮੈਨੇਜਿੰਗ ਡਾਇਰੈਕਟਰ ਨੀਲਕੰਠ ਦੁਆਰਾ ਸੀਗਾ, ਨਾਲ ਜ਼ਿਲ੍ਹਾ ਪ੍ਰਸ਼ਾਸਨ ਪੂਰਾ ਜਿਹੜਾ ਮੰਡੀ ਦੇ ਵਿੱਚ ਉਹਨਾਂ ਨਾਲ ਨਜ਼ਰ ਆਇਆ ਜੀ। ਅਗਰ ਕਿਸਾਨਾਂ ਦੀ ਗੱਲ ਕਰੀਏ ਤੇ ਕਿਸਾਨ ਬੇਹੱਦ ਪਰੇਸ਼ਾਨ ਨੇ। ਹੁਣ ਜਿਹੜੇ 30x30 ਦੇ ਖਾਨੇ ਦਾ ਭਰੇ ਹੋਏ ਨੇ, ਲਿਫਟਿੰਗ ਹੋ ਨਹੀਂ ਰਹੀ, ਤੇ ਉਹ ਜਿਹੜੇ ਹੈਗੇ ਜਿਹੜੇ ਰਸਤੇ ਨੇ ਮੰਡੀ ਨੂੰ ਆਉਣ ਵਾਲੇ, ਉਹਨਾਂ ਦੀ ਕਣਕ ਲਾਉਣ ਲਈ ਜਿਹੜੇ ਹੈਗੇ ਆ ਵੀ ਪੁਰਾਣਾ ਕੰਮ ਸ਼ੁਰੂ ਹੋ ਗਿਆ, ਪੁਰਾਣਾ ਕੰਮ ਹੀ ਸ਼ੁਰੂ ਹੋ ਗਿਆ ਫਿਰ। ਬਿਲਕੁਲ ਜੀ ਬਿਲਕੁਲ। ਤੇ ਜਿਹੜਾ ਹੈਗਾ ਸੋਸ਼ਲ ਡਿਸਟੈਂਸਿੰਗ ਤਾਂ ਧੱਜੀਆਂ ਸ਼ਰੇਆਮ ਵੀ ਉਡਾਈਆਂ ਜਾ ਰਹੀਆਂ ਹੈਗੀਆਂ ਜੀ। ਪੀਣ ਨੂੰ ਪਾਣੀ ਦਾ ਪ੍ਰਬੰਧ ਨਹੀਂ ਹੈਗਾ ਜੀ, ਬਾਥਰੂਮਸ ਦਾ ਬੁਰਾ ਹਾਲ ਹੈ। ਕਿਸਾਨ ਜਿਹੜੇ ਹੈਗੇ ਆ ਹੁਣ ਖਾਣ ਪੀਣ ਦੀਆਂ ਚੀਜ਼ਾਂ ਨੂੰ ਤਰਸੇ ਪਏ ਨੇ। ਦੇਖੋ ਫਿਲਹਾਲ ਲਿਫਟਿੰਗ ਕਾਰਨ ਜਿਹੜੀ ਬਠਿੰਡਾ ਦੇ ਜਿੰਨੇ ਵੀ ਸ਼ੈੱਡ ਨੇ ਉਹ ਭਰੇ ਪਏ ਨੇ। ਜਿਹੜੀ ਜਿੰਨਾ ਚਿਰ ਲਿਫਟਿੰਗ ਨਹੀਂ ਹੁੰਦੀ ਉਹਨਾਂ ਚ ਨਵਾਂ ਜਿਹੜੀ ਜਗ੍ਹਾ ਨਵੀਂ ਕਣਕ ਦੀ ਆਮਦ ਜਿਹੜੀ ਹੈਗੀ ਆ ਉਹ ਹੁਣ ਜਿਹੜਾ ਖਾਨਿਆਂ ਤੋਂ ਬਾਹਰ ਹੋ ਰਹੀ ਹੈ ਰਸਤਿਆਂ ਦੇ ਉੱਪਰ। ਜੀ ਜੀ ਜੀ। ਤੇ ਇਸ ਬਾਰੇ ਪ੍ਰਸ਼ਾਸਨ ਦਾ ਕੀ ਕਹਿਣਾ? ਪ੍ਰਸ਼ਾਸਨ ਕੰਨੀਓ ਕੁਛ ਹੱਲ ਵੱਲ ਵੀ ਲਿਫਟਿੰਗ ਕਰਾਈ ਜਾਵੇ। ਇਹ ਵੀ ਪਤਾ ਚੱਲਿਆ ਕਿ ਬਠਿੰਡੇ ਜ਼ਿਲ੍ਹੇ ਦੇ ਵਿੱਚ ਰਾਮਪੁਰੇ ਬਾਹਰੋਂ ਮਜ਼ਦੂਰ ਲੈਣ ਦੇ, ਉਹਨਾਂ ਨੂੰ ਆਈਸੋਲੇਸ਼ਨ ਜਾਂ ਇਕਾਂਤਵਾਸ ਕਰਨ ਤੋਂ ਸਿੱਧਾ ਹੀ ਚੱਕ ਕੇ ਮੰਡੀਆਂ 'ਚ ਕੰਮ ਤੇ ਲਾਤਾ। ਇਹ ਇਕੱਲਾ ਤੁਸੀਂ ਰਾਮਪੁਰਾ ਫੂਲ ਦੀ ਗੱਲ ਨਾ ਕਰੋ ਜੀ, ਜਿਹੜੇ ਪਿੰਡਾਂ ਦੇ ਵਿੱਚ ਮੰਡੀਆਂ ਨੇ ਉਹਨਾਂ 'ਚ ਵੀ ਇਹੀ ਹਾਲ ਹੈ ਜੀ। ਹਰਿਆਣੇ ਤੋਂ ਲੇਬਰ ਆ ਰਹੀ ਹੈ, ਠੀਕ ਹੈ ਨਾ ਜੀ, ਰਾਜਸਥਾਨ ਤੋਂ ਲੇਬਰ ਆ ਰਹੀ ਹੈ, ਨਾਲ ਲੱਗਦੇ ਜਿੰਨੇ ਜ਼ਿਲ੍ਹੇ ਨੇ। ਨਹੀਂ ਫਿਰ ਪਿੰਡਾਂ ਵਾਲਿਆਂ ਨੂੰ ਲਾ ਲੈਣ, ਨਰੇਗਾ ਦੀ ਇੰਨੀ ਤੁਰੀ ਫਿਰਦੀ ਹੈ ਵਿਚਾਰੀ ਵਿਹਲੀ, ਉਹਨਾਂ ਨੂੰ ਕਿਉਂ ਨਹੀਂ ਲਾ ਲੈਂਦੇ? ਜਿਹੜੇ ਪਿੰਡ ਦੀ ਮੰਡੀ ਉਸੇ ਪਿੰਡ ਦਾ। ਇਹਦੇ ਵਿੱਚ ਇੱਕ ਗੱਲ ਦਾਨੀਆਲ ਸਾਹਿਬ ਹੋਰ ਹੈ ਵੀ ਜਿਹੜੇ ਆੜਤੀਆਂ ਕੋਲੇ ਪਰਮਾਨੈਂਟ ਲੇਬਰ ਹੈ ਨਾ, ਜਿਹੜੇ ਕਈ ਸਾਲਾਂ ਤੋਂ ਉਹਨਾਂ ਕੋਲੇ ਆ ਰਿਹਾ, ਆੜਤੀਆਂ ਵੱਲੋਂ ਉਹਨਾਂ ਨਾਲ ਹੀ ਸੰਪਰਕ ਕੀਤਾ ਜਾ ਰਿਹਾ। ਦੂਜਾ ਜਿਹੜਾ ਉਹਨਾਂ ਨੂੰ ਪਾਸ ਉਹਨਾਂ ਦੇ ਨਾਂ ਤੇ ਇਸ਼ੂ ਕਰਵਾਏ ਜਾ ਰਹੇ ਨੇ ਕਿ ਉਹ ਲਗਾਤਾਰ ਉਹਨਾਂ ਦੇ ਸੰਪਰਕ 'ਚ ਹੁੰਦੇ ਨੇ। ਕਰਫਿਊ ਪਾਸ ਜਿਹੜੇ ਇਸ਼ੂ ਕਰਾਏ ਜਾ ਰਹੇ ਨੇ ਉਹਨਾਂ ਨਾਲ ਜਿਹੜਾ ਹੈਗਾ ਰਾਬਤਾ ਦੁਆਰੇ ਕੰਮ ਕਰਕੇ ਉਹਨਾਂ ਨੂੰ ਇਸ਼ੂ ਕਰਾਏ ਜਾ ਰਹੇ ਨੇ। ਪਰ ਇਹਦੇ ਨਾਲ ਜਿਹੜਾ ਹੈਗਾ ਕਰੋਨਾ ਵਾਇਰਸ ਦਾ ਖਤਰਾ ਜਿਹੜਾ ਵੱਧ ਜਾਂਦਾ ਹੈਗਾ, ਆਪਾਂ ਕਹਿ ਦਈਏ। ਫਿਲਹਾਲ ਜਿਹੜਾ ਆਪਾਂ ਗ੍ਰੀਨ ਜ਼ੋਨ 'ਚ ਭਾਵੇਂ ਹੈਗੇ, ਪਰ ਲੋਕਾਂ ਨੂੰ ਜਾਂ ਆਪਣਾ ਪ੍ਰਸ਼ਾਸਨ ਨੂੰ ਜਾਂ ਆੜਤੀਆਂ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਵੀ ਇਹ ਜਿਹਾ ਰਿਸਕ ਨਾ ਲਓ ਜੀ। ਜਿਹੜੇ ਦੂਸਰੇ ਸ਼ਹਿਰਾਂ ਤੋਂ ਤੁਸੀਂ ਲੇਬਰ ਮੰਗਵਾ ਰਹੇ ਹੋ, ਕੋਈ ਨਾ ਕੋਈ ਕਿਸੇ ਤੱਕ ਕਿੱਥੇ ਕੀ ਕਰਦਾ ਕੋਈ ਪਤਾ ਨਹੀਂ। ਦੇਖੋ ਪਟਿਆਲਾ ਕਿਸ ਹੱਦ ਤੱਕ ਪਹੁੰਚ ਗਿਆ, ਹੌਟਸਪੌਟ ਹੈ ਮੇਨ ਜੀ ਬਣ ਗਿਆ ਜਿਹੜਾ ਹੈਗਾ, ਤੇ ਇੱਧਰ ਧਿਆਨ ਦੇਣ ਦੀ ਜ਼ਰੂਰ ਲੋੜ ਹੈਗੀ ਹੈ ਜੀ। ਬਾਕੀ ਕੁੱਲ ਮਿਲਾ ਕੇ ਜਿਹੜਾ ਹੈਗਾ ਕਰਫਿਊ ਪੂਰੀ ਸਖਤੀ ਨਾਲ ਬਠਿੰਡਾ ਦੇ ਵਿੱਚ ਲਾਗੂ ਕੀਤਾ ਜਾ ਰਿਹਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੀ। ਬਹੁਤ ਧੰਨਵਾਦ ਤੁਹਾਡਾ ਜੀ ਅਮਨਦੀਪ। ਤੇ ਹੁਣ ਆਪਾਂ ਅੱਗੇ ਚੱਲਦੇ ਹਾਂ ਜੀ। ਹਰਜਿੰਦਰ ਸਿੱਧੂ ਤਲਵੰਡੀ ਸਾਬੋ ਤੋਂ ਸਾਡੇ ਨਾਲ। ਹਰਜਿੰਦਰ ਜੀ, ਸਭ ਤੋਂ ਪਹਿਲਾਂ ਤਾਂ ਨਸ਼ੇ ਪੱਤੇ ਵਾਲਾ ਕਾਨੂੰਨ ਵਿਵਸਥਾ ਦਾ ਕੀ ਹਾਲ ਹੈ ਜੀ ਇੱਧਰ ਉੱਧਰ? ਜੀ ਦਾਨੇਵਾਲੀਆ ਸਾਹਿਬ, ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਜੀ ਜੇਕਰ ਨਸ਼ੇ ਪੱਤੇ ਦੀ ਗੱਲ ਕਰੀਏ ਤਾਂ ਨਸ਼ੇ ਪੱਤੇ ਪੱਖੋਂ ਜਿਹੜਾ ਹੈਗਾ ਹੁਣ ਕਿਉਂਕਿ ਸੀਜ਼ਨ ਚੱਲ ਪਿਆ, ਇਸ ਸੀਜ਼ਨ ਦੇ ਵਿੱਚ ਦੇਖੋ ਕਿਸਾਨਾਂ ਨੂੰ ਵੀ ਖੇਤੀਬਾੜੀ ਦੇ ਕੰਮਾਂ ਲਈ ਤੇ ਮਜ਼ਦੂਰਾਂ ਨੂੰ ਵੀ ਜਿਹੜੇ ਪੋਸਟ ਤੇ ਲੱਗੇ ਹੋਏ ਆ ਉਹਨਾਂ ਨੂੰ ਤਾਂ ਜ਼ਰੂਰਤ ਪੈਂਦੀ ਹੈ ਜੀ। ਤੇ ਇਸ ਤੋਂ ਬਿਨਾਂ ਕੰਮ ਨਹੀਂ ਹੁੰਦਾ ਹੈ। ਜਿਵੇਂ ਪੰਜਾਬੀ 'ਚ ਕਹਿ ਦਈਏ ਵੀ ਚੰਗਿਆੜ ਨਿਕਲੀ ਪਈ ਆ ਇਸ ਵਕਤ ਨਸ਼ੇ ਪੱਖੋਂ, ਠੀਕ ਹੈ ਨਾ। ਕਿਉਂਕਿ ਜਿਸ ਦਿਨ ਤੋਂ ਰੂੜੀ ਤੇ ਇੱਧਰ ਹਰਿਆਣੇ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਕੇਸ ਆਇਆ, ਉਸ ਤੋਂ ਬਾਅਦ ਪ੍ਰਸ਼ਾਸਨ ਨੇ ਹੱਦਾਂ ਬਹੁਤ ਜ਼ਿਆਦਾ ਸੀਲ ਕਰਤੀਆਂ ਨੇ, ਸਖਤੀ ਕਰਤੀ ਆ। ਪਿੰਡਾਂ ਵੱਲੋਂ ਵੀ ਜਿਹੜਾ ਹੈਗਾ ਪਿੱਛੇ ਜੇ ਤੁਸੀਂ ਦੇਖਿਆ 2 ਚਿੱਟੇ ਦੇ ਕਰਕੇ ਨੌਜਵਾਨ ਜਿਹੜੇ ਹੈਗੇ ਗੁਆਂਢੀ ਹਰਿਆਣੇ ਦੇ ਪਿੰਡ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ। ਉਸ ਤੋਂ ਬਾਅਦ ਹੋਰ ਵੀ ਜ਼ਿਆਦਾ ਉੱਥੇ ਜਿਹੜੀ ਹੈਗੀ ਸਖਤੀ ਵੱਧ ਗਈ ਆ। ਇਸ ਕਰਕੇ ਜਿਹੜਾ ਹੈਗਾ ਹੁਣ ਨਸ਼ੇ ਪੱਖੋਂ ਤਾਂ ਬਹੁਤ ਜਿਹੜਾ ਹੈਗਾ ਸਖਤੀ ਆ ਪ੍ਰਸ਼ਾਸਨ ਵੱਲੋਂ। ਤੇ ਖਾਸ ਕਰਕੇ ਜਿਹੜਾ ਬਸ ਇੱਕ ਹੈ ਵੀ ਸ਼ਰਾਬ ਦੇ ਜਿਹੜੇ ਹੈਗੇ ਠੇਕੇ ਉਹ ਓਪਨ ਨੇ ਪਿੰਡਾਂ ਦੇ ਵਿੱਚ। ਜਿਹੜੀ ਪਹਿਲਾਂ ਨਜਾਇਜ਼ ਸ਼ਰਾਬ ਵਿਕਦੀ ਸੀ, ਠੇਕੇਦਾਰ ਇੱਕ ਪਿੰਡ ਦੇ ਵਿੱਚ ਠੇਕਾ ਹੁੰਦਾ ਹੀ ਆ। ਪਹਿਲਾਂ ਜਿਹੜਾ ਪਿੰਡ ਦੇ ਵਿੱਚ 5-5 10-10 ਜਿਹੜੇ ਬਲੈਕ ਤੌਰ ਤੇ ਵੇਚਦੇ ਸੀ ਉਹ ਹੁਣ ਬੰਦ ਹੋ ਗਏ ਨੇ। ਉਸ ਕਰਕੇ ਜਿਹੜਾ ਹੈਗਾ ਹੁਣ ਜਿਹੜੇ ਕੋਈ ਦਾਰੂ ਦੇ ਪਿਆਤੜ ਹੈਗੇ ਨੇ ਉਹਨਾਂ ਨੂੰ ਇੰਨੀ ਦੂਰ ਹੁਣ ਪਿੰਡ ਤੋਂ ਬਾਹਰ ਠੇਕੇ ਤੇ ਜਾਣਾ ਵੀ ਕਿਤੇ ਨਾ ਕਿਤੇ ਲੱਗਦਾ ਵੀ ਚਲੋ ਇੰਨੀ ਦੂਰ ਹੁਣ ਕਿੱਥੇ ਤੁਰ ਕੇ ਜਾਵਾਂਗੇ। ਸੋ ਨਸ਼ੇ ਪੱਖੋਂ ਜਿਹੜਾ ਹੈਗਾ ਕਾਫੀ ਜ਼ਿਆਦਾ ਇਸ ਨੂੰ ਇੱਕ ਪੋਜ਼ਿਟਿਵ ਪੁਆਇੰਟ ਮੰਨ ਸਕਦੇ ਹਾਂ, ਕਾਫੀ ਚੰਗਾ ਸੁਧਾਰ ਵੀ ਹੋ ਰਿਹਾ ਜੀ ਧੰਨਵਾਦ ਸਾਹਿਬ। ਸੋ ਪਿੰਡਾਂ ਦੇ ਵਿੱਚ ਠੇਕੇ ਖੁੱਲ ਗਏ ਨੇ ਫਿਰ ਤੁਹਾਡੇ ਕਹਿਣ ਤੋਂ ਮਤਲਬ? ਹਾਂਜੀ, ਪਿੰਡਾਂ ਦੇ ਵਿੱਚ ਠੇਕੇ ਚੱਲ ਰਹੇ ਨੇ। ਠੇਕੇਦਾਰ ਬਕਾਇਦਾ ਰੇਡ ਵੀ ਕਰਕੇ ਜਾਂਦੇ ਆ ਕਿ ਆਪਦਾ ਜਿਹੜਾ ਹੈਗਾ ਗੇੜਾ ਵੀ ਮਾਰ ਕੇ ਜਾਂਦੇ। ਪਿੰਡਾਂ 'ਚ ਠੇਕੇ ਚੱਲ ਰਹੇ ਨੇ। ਪਰ ਗੱਲ ਤਾਂ ਇਹ ਕਿ ਕੇਂਦਰ ਸਰਕਾਰ ਨੇ ਤਾਂ ਜਵਾਬ ਦੇਤਾ ਵੀ ਠੇਕਾ ਖੁੱਲ੍ਹਣਾ ਨਹੀਂ ਚਾਹੀਦਾ। ਕੁਝ ਤਸਵੀਰਾਂ ਹੋਣ ਤਾਂ ਜ਼ਰੂਰ ਸ਼ੇਅਰ ਕਰਿਓ ਖੁੱਲ੍ਹੇ ਹੋਏ ਠੇਕਿਆਂ ਦੀਆਂ।
ਹਾਂਜੀ ਹਾਂਜੀ, ਪਿੱਛੇ ਜੇ ਮੈਂ ਇੱਕ ਆਪਦੇ ਜਿਵੇਂ ਫੇਸਬੁੱਕ ਪੇਜ ਤੇ ਵੀ ਇੱਕ ਮੈਂ ਵੀਡੀਓ ਸਾਂਝੀ ਕੀਤੀ ਨਹੀਂ, ਉਹ ਤਾਂ ਪਿਛਲੀ ਹੈ ਜੀ, ਅੱਜ ਦੀ ਗੱਲ ਹਾਂਜੀ। ਕਰਿਓ, ਅੱਜ ਕਿਉਂਕਿ ਲੇਟੈਸਟ ਅਪਡੇਟ ਹੈ ਜੀ ਇਹਦੀ। ਹਾਂਜੀ 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 ਹਾਂਜੀ, ਪਰ ਜਿਹੜੇ ਹੈਗੇ ਨੇ ਇਸ ਤਰ੍ਹਾਂ ਓਪਨਲੀ ਨਹੀਂ ਹੈਗੇ ਵੀ ਉੱਥੇ ਲਾਈਨ ਲੱਗੀ ਹੋਵੇ, ਪਰ ਚੋਰ ਮੋਰੀਆਂ ਰੱਖੀਆਂ ਹੋਈਆਂ ਉਹਨਾਂ ਨੇ ਜੀ। ਬਕਾਇਦਾ ਜਿਹੜਾ ਹੈਗਾ ਉਹਨਾਂ ਦਾ ਕਰੇਂਦਾ ਅੰਦਰ ਬੈਠਾ ਗਿਆ ਜੀ, ਤੇ ਉੱਥੋਂ ਜਿਹੜੀ ਹੈਗੀ ਸ਼ਰਾਬ ਵਿਕ ਰਹੀ ਹੈ, ਸਪਲਾਈ ਹੋ ਰਹੀ ਹੈਗੀ, ਰਸ਼ ਹੋਣ ਨਹੀਂ ਦਿੰਦੇ। ਜਿਹੜੇ ਜਿਸ ਤਰ੍ਹਾਂ ਪਹਿਲਾਂ ਹੁੰਦੇ ਸੀਗੇ ਵੀ ਉੱਥੇ ਇੱਕ ਘੜਾ ਰੱਖਿਆ ਹੁੰਦਾ ਸੀ, ਲੀਟਰ ਰੱਖਿਆ ਹੁੰਦਾ ਸੀ, ਉੱਥੇ ਪਾਣੀ ਪਾਇਆ ਤੇ ਉੱਥੇ ਪੀਤਾ, ਉੱਥੇ ਬੈਠ ਗਈ। ਇਸ ਤਰ੍ਹਾਂ ਦਾ ਨਹੀਂ ਦੇਖਣ ਨੂੰ ਤੁਹਾਨੂੰ ਮਿਲੂਗਾ, ਪਰ ਸ਼ਰਾਬ ਤੁਸੀਂ ਲੈ ਸਕਦੇ ਹੋ, ਇਹਦੇ ਵਿੱਚ ਕੋਈ ਉਹ ਨਹੀਂ ਹੈ ਜੀ। ਤੇ ਹੋਰ ਕੁਝ ਖਾਸ ਅਪਡੇਟਸ? ਖਾਸ ਤਾਂ ਜੀ ਇੱਕ ਮੰਡੀਆਂ ਦੇ ਵਿੱਚ ਜਿਹੜਾ ਹੈਗਾ ਬੜਾ ਢਿੱਲਾ ਸਿਸਟਮ ਆ, ਜੇਕਰ ਆਪਾਂ ਸਰਕਾਰੀ ਨਜ਼ਰੀਏ ਤੋਂ ਵੇਖੀਏ ਜੀ। ਸਭ ਤੋਂ ਵੱਡੀ ਗੱਲ ਇਹ ਵੀ ਸਰਕਾਰ ਨੇ ਜਦੋਂ ਮੰਡੀਆਂ ਦੀ ਸ਼ੁਰੂਆਤ ਕੀਤੀ ਸੀ, ਓਪਨ ਕੀਤੀਆਂ ਸਨ, ਸਰਕਾਰ ਨੇ ਵਾਅਦੇ ਕੀਤੇ ਸੀ ਵੀ ਪਿੰਡਾਂ ਦੇ ਵਿੱਚ ਮੰਡੀਆਂ ਦੇ ਵਿੱਚ ਪੂਰੀ ਤਰ੍ਹਾਂ ਮਾਸਕ, ਸੈਨੀਟਾਈਜ਼ਰ, ਹੋਰ ਸਾਰੇ ਪ੍ਰਬੰਧ ਅਸੀਂ ਸਰਕਾਰੀ ਤੌਰ ਤੇ ਪੁਖਤਾ ਇੰਤਜ਼ਾਮ ਹੋਣਗੇ। ਸਾਡੇ ਇੱਧਰ ਸਮਾਜ ਸੇਵੀ ਇੱਕ ਦੋ ਟੀਮਾਂ, ਕੱਲ ਅਸੀਂ ਜਿਹੜਾ ਹੈਗਾ ਮਾਸਕ ਵੰਡਣ ਲਈ ਗਏ, ਉੱਥੇ ਦੇਖਿਆ ਕੋਈ ਤਾਂ ਸਮਾਜਿਕ ਦੂਰੀ ਜਾਂ ਸਰੀਰਕ ਦੂਰੀ ਦਾ ਖਿਆਲ ਨਹੀਂ ਰੱਖਿਆ ਜਾਂਦਾ। ਹਾਲਾਂਕਿ ਪੁਲਿਸ ਨੇ ਇੱਕ ਮੁਲਾਜ਼ਮ ਵੀ ਆਪਦੇ ਲਾਏ ਹੋਏ ਨੇ, ਉਹ ਆਪਦੇ ਸ਼ਟਰ ਥੱਲੇ ਬੈਠ ਜਾਂਦੇ ਆ ਜੀ, ਉਹ ਆਪਦਾ ਜਿਵੇਂ ਕਹਿ ਦਈਏ ਵੀ। ਇੱਕ ਹੋਰ ਗੱਲ, ਮੁਲਾਜ਼ਮ ਵੀ ਬੜੀ ਦੂਰੋਂ ਲਾਏ ਨੇ। ਜੇਕਰ ਤਲਵੰਡੀ ਸਾਬੋ ਦੀ ਗੱਲ ਕਰੀਏ, ਨਾਲ ਲੇਲੇਵਾਲਾ ਪਿੰਡ ਦੀ ਗੱਲ ਕਰੀਏ, ਤਾਂ ਇੱਥੋਂ ਜਿਹੜਾ ਮੁਲਾਜ਼ਮ ਮੰਡੀ ਦੇ ਵਿੱਚ ਪੁਲਿਸ ਦਾ ਆਉਂਦਾ, ਉਹ ਮਲੋਟ ਤੋਂ ਆਉਂਦਾ ਜੀ। ਅੱਛਾ ਜੀ। ਉਹ ਪਹਿਲਾਂ ਹੀ ਟੱਪਿਆ ਬੈਠਾ, ਉਹ ਕਹਿੰਦਾ ਜੀ ਮੈਨੂੰ ਪਹਿਲੇ ਗੱਲ ਮਲੋਟ ਤੋਂ ਇੰਨੀ ਦੂਰ ਠੋਕਿਆ, ਕਹਿੰਦਾ ਮੈਂ ਤਾਂ ਅਪ ਡਾਊਨ ਚ ਹੀ ਹੰਭੇ ਜਾਂਦਾ। ਤੇ ਉਦੋਂ ਬਾਅਦ ਉਹ 2-3 ਘੰਟੇ ਲੇਟ ਆਉਂਦਾ, ਸਵੇਰੇ 2-3 ਘੰਟੇ ਪਹਿਲਾਂ ਚਲਾ ਜਾਂਦਾ, ਉਹਨੇ ਵੀ ਆਪਦਾ ਰਾਹ ਪੂਰਾ ਕਰਨਾ ਹੁੰਦਾ ਸੀ। ਤੇ ਉਸ ਕਰਕੇ ਜਿਹੜਾ ਦੂਸਰਾ ਹੈਗਾ, ਉਹਨੂੰ ਇਹ ਹੁੰਦਾ ਵੀ ਆਪਾਂ ਆਪਦੀ ਫਾਰਮੈਲਿਟੀ ਕਰਨੀ ਆ। ਜਿਹੜੇ ਆੜਤੀਏ ਨੇ, ਜੇ ਸਰਕਾਰ ਨੇ ਚਲੋ ਮਾਸਕ ਵਗੈਰਾ ਜਾਂ ਸੈਨੀਟਾਈਜ਼ਰ ਨਹੀਂ ਕੋਈ ਪ੍ਰੋਵਾਈਡ ਕਰਵਾਏ, ਤਾਂ ਆੜਤੀਆਂ ਦੀ ਜੇ ਪੰਚਾਇਤਾਂ ਦੀ ਜਾਂ ਪਿੰਡ ਦੇ ਹੋਰ ਮੁਹਤਬਰਾਂ ਦੀ ਇਹ ਜ਼ਿੰਮੇਵਾਰੀ ਬਣਦੀ ਸੀ ਵੀ ਘੱਟੋ ਘੱਟ ਮਾਸਕ ਤਾਂ ਦਿੱਤੇ ਜਾਂਦੇ। ਉਹ ਆਪਦੇ ਉਹੀ ਪੁਰਾਣੇ ਤਰੀਕੇ ਨਾਲ ਜਿਹੜੇ ਹੈਗੇ ਜੀ, ਜਿਵੇਂ ਮੜਾਸਾ ਬੰਨ ਲੈਂਦੇ ਆ, ਉਹਦਾ ਪੱਲੇ ਜੇ ਨਾਲ ਮੂੰਹ ਢੱਕ ਲੈਂਦੇ ਆ, ਉਸ ਤਰ੍ਹਾਂ ਤਰੀਕੇ ਨਾਲ ਉਹ ਚੱਲਦੇ ਜਾ ਰਹੇ ਆ। ਕੋਈ ਉੱਥੇ ਧਿਆਨ ਨਹੀਂ ਹੈ। ਜਿਵੇਂ ਪਏ ਇੱਕ ਡੱਬੇ ਬਣਾਏ ਹੋਏ ਵੀ, ਇੰਨੇ ਡੱਬੇ ਦੇ ਵਿੱਚ ਕਣਕ ਰੱਖਣੀ ਹੈ ਜੀ, ਇੱਥੇ ਪੱਖਾ ਲਾਉਣਾ ਜੀ, ਇੱਥੇ ਬੋਰੀਆਂ ਰੱਖਣੀਆਂ, ਉਹ ਰੱਖ ਤਾਂ ਰਹੇ ਨੇ ਉਸ ਤਰੀਕੇ ਨਾਲ, ਪਰ ਅੱਗੇ ਉਹਨਾਂ ਦੀ ਲਿਫਟਿੰਗ ਨਹੀਂ ਹੋ ਰਹੀ। ਪਿੰਡ ਵਾਲੇ ਪਰੇਸ਼ਾਨ ਹੋ ਰਹੇ ਆ ਵੀ ਜੇ ਫਲਾਣੇ ਬੰਦੇ ਦੀ ਕਣਕ ਚੱਕੀ ਜਾਵੇ ਤਾਂ ਉਹ ਜਗ੍ਹਾ ਖਾਲੀ ਹੋਵੇ, ਲਿਆ ਕੇ ਭਾਈ ਦੂਜਾ ਸਿੱਟੇ ਉੱਥੇ ਜੀ। ਦੂਸਰਾ ਇਹ ਵੀ ਹੈ ਵੀ ਕੁਛ ਤਾਂ ਲੇਬਰ ਜਿਹੜੀ ਹੈਗੀ ਲੋਕਲ ਹੀ ਆ, ਪਿੰਡਾਂ ਦੇ ਜਿਹੜੇ ਆਪਣੇ ਹੁੰਦੇ ਨੇ ਚਲੋ, ਪਰ ਜਿਹੜੇ ਆੜਤੀਏ ਜਿਵੇਂ ਹੁਣ ਇੱਧਰਲੇ ਪਿੰਡਾਂ ਨੂੰ ਮੌੜ ਮੰਡੀ ਦੇ ਆੜਤੀਏ ਪੈਂਦੇ ਨੇ, ਤੇ ਮੌੜ ਮੰਡੀ ਦੇ ਆੜਤੀਆਂ ਨੇ ਗਾਹਾਂ ਆਪਦੇ ਜਿਹੜੇ ਲੇਬਰ ਬਾਰੇ ਰੱਖੇ ਹੋਏ ਆ, ਉਹ ਪਿੱਛੇ ਤੋਂ ਕੋਈ ਜਾਖਲ ਤੋਂ ਆਉਂਦਾ ਜੀ, ਕੋਈ ਇੱਧਰੋਂ ਨਰਵਾਣੇ ਤੋਂ ਆਉਂਦਾ, ਹਰਿਆਣਾ ਟੱਚ ਜ਼ਿਆਦਾ ਹੈਗਾ ਆੜਤੀਆਂ ਦੇ ਨਾਲ ਜਿਹੜਾ ਲੇਬਰ ਦਾ ਜੁੜਿਆ ਹੋਇਆ। ਉਹ ਕੋਸ਼ਿਸ਼ ਕਰ ਰਹੇ ਆ ਉਸੇ ਲੇਬਰ ਨੂੰ ਲਿਆਉਣ ਦੀ। ਅੱਛਾ ਜੀ। ਔਰ ਦੇਖਣ ਨੂੰ ਵੀ ਮਿਲਿਆ ਕਿ ਉਹ ਲੇਬਰ ਉਹਨਾਂ ਨੇ ਲਿਆਂਦੀ ਵੀ ਹੋਈ ਹੈ, ਕਿਉਂਕਿ ਉਹਨਾਂ ਦੇ ਪਰਮਾਨੈਂਟ ਸਾਲਾਂ ਬੱਧੀ ਉਹੀ ਚੱਲਦੀ ਆ ਰਹੀ ਹੈ ਲੇਬਰ। ਤਾਂ ਇਸ ਕਰਕੇ ਜਿਹੜਾ ਕਿ ਇਹ ਕਈ ਸਮੱਸਿਆਵਾਂ, ਖਾਸ ਕਰਕੇ ਸੈਨੀਟਾਈਜ਼ਰ ਔਰ ਮਾਸਕਾਂ ਦੀ ਤਾਂ ਬਹੁਤ ਵੱਡੀ ਸਮੱਸਿਆ ਉਸ ਦੇ ਵਿੱਚ ਚੱਲ ਰਹੀ ਆ। ਕੋਈ ਵੀ ਹਲਕੇ ਦੇ ਲੀਡਰ ਕਹਿ ਲਈਏ, ਭਾਵੇਂ ਉਹ ਸੱਤਾਧਾਰੀ ਪੱਖ ਦੇ ਨੇ, ਭਾਵੇਂ ਕੋਈ ਵਿਧਾਇਕ ਨੇ, ਕੋਈ ਧਿਆਨ ਨਹੀਂ ਦੇ ਰਹੇ, ਫਾਰਮੈਲਿਟੀ ਜ਼ਰੂਰ ਕਰ ਰਹੇ ਆ, ਪਿੰਡਾਂ 'ਚ ਖਾਲੀ ਹੱਥ ਜਿਹੜੇ ਜ਼ਰੂਰ ਮਾਰ ਰਹੇ ਆ। ਉਹਨਾਂ ਤੋਂ ਇੰਨਾ ਵੀ ਨਹੀਂ ਸਰ ਰਿਹਾ ਵੀ ਜੇ ਤੁਸੀਂ ਮੰਡੀ 'ਚ ਜਾ ਰਹੇ ਹੋ ਭਾਈ ਆਪਦੇ ਕੋਲੋਂ 100 ਮਾਸਕ ਹੀ ਲੈ ਜਾਓ, ਜਾ ਕੇ ਤੁਸੀਂ ਮਜ਼ਦੂਰਾਂ ਨੂੰ ਮਾਸਕ ਵੰਡ ਦਿਓ। ਫਾਰਮੈਲਿਟੀ ਸਿਆਸਤ ਕਰਨ ਲਈ ਪਿੰਡਾਂ 'ਚ ਮੰਡੀਆਂ 'ਚ ਗੇੜੇ ਜ਼ਰੂਰ ਮਾਰ ਰਹੇ ਆ ਵਿਧਾਇਕ ਤੇ ਹੋਰ, ਪਰ ਕੁਝ ਵੰਡ ਨਹੀਂ ਰਹੇ ਹਨ ਜੀ। ਦਾਨੇਵਾਲੀ ਸਾਹਿਬ ਬਹੁਤ ਬਹੁਤ ਮਿਹਰਬਾਨੀ ਹਰਜਿੰਦਰ, ਤੁਹਾਡੀ ਸ਼ੁਕਰੀਆ। ਤੇ ਬਲਦੇਵ ਸ਼ਰਮਾ ਜੀ ਮਾਨਸਾ ਤੋਂ ਸਾਡੇ ਨਾਲ ਨੇ। ਬਲਦੇਵ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਲਦੇਵ ਜੀ, ਸਭ ਤੋਂ ਪਹਿਲਾਂ ਤਾਂ ਬੜਲਾਡਾ ਏਰੀਆ ਦੀ ਅਪਡੇਟ ਦਿਓ, ਕੀ ਸਥਿਤੀ ਹੈ ਜੀ ਹੁਣ ਉੱਥੇ? ਬੜਲਾਡੇ 'ਚ ਅੱਜ ਦੂਜਾ ਮਰੀਜ਼ ਠੀਕ ਹੋਇਆ ਜੀ ਕਰੋਨਾ ਦਾ, ਉਹਨੂੰ ਘਰੇ ਭੇਜਿਆ ਗਿਆ ਤੇ ਪੂਰੇ ਜਿਹੜੇ ਹਾਰ ਉਹਦੇ ਪਾ ਕੇ ਰਵਾਨਾ ਕੀਤਾ ਗਿਆ ਇੱਕ ਪਾਸੇ ਤਾਂ, ਪਰ ਦੂਸਰੇ ਪਾਸੇ ਇੱਕ ਹੋਰ ਸਿਹਤ ਵਿਭਾਗ ਦਾ ਕਾਰਨਾਮਾ ਦੇਖੋ ਕਿ ਇਹਨਾਂ ਜਮਾਤੀਆਂ ਨਾਲ ਅਟੈਚਮੈਂਟ ਸੀ ਉਹਦੀ। ਇੱਕ ਬੰਦਾ ਕਿਸ਼ਨਗੜ੍ਹ ਪਿੰਡ ਦਾ ਹੈ, ਸਾਡੇ ਨਾਲ ਹੀ ਲੱਗਦਾ, ਮਾਨਸਾ ਜ਼ਿਲ੍ਹੇ ਦਾ 50 ਕਿਲੋਮੀਟਰ ਦੂਰ ਹੈ ਇੱਥੋਂ। ਕਿਸ਼ਨਗੜ੍ਹ ਸਿੰਡਾ ਸਿੰਘ ਵਾਲਾ ਕਹਿੰਦੇ ਉਹਨੂੰ, ਉੱਥੋਂ ਦਾ ਜਸਵੀਰ ਸਿੰਘ ਸੀ। ਉਹਨੂੰ ਕੁਝ ਦਿਨ ਪਹਿਲਾਂ ਚੱਕ ਕੇ ਇੱਥੇ ਹਸਪਤਾਲ ਦਾਖਲ ਕਰਾਇਆ ਗਿਆ ਸੀ, ਉਹਦੀ ਰਿਪੋਰਟ ਭੇਜੀ ਗਈ ਸੀ। ਅੱਛਾ ਜੀ। ਅੱਜ 12 ਵਜੇ ਉਹਨੂੰ ਰਿਪੋਰਟ ਹੈ ਜਿਹੜੀ ਉਹਦੇ ਹੱਥਾਂ 'ਚ ਫੜਾਤੀ, ਕਹਿੰਦੇ ਜੀ ਤੁਸੀਂ ਜਾਓ। ਅੱਛਾ। ਉਹ ਕਹਿੰਦਾ ਜੀ ਮੈਨੂੰ ਤੁਸੀਂ 50 ਕਿਲੋਮੀਟਰ ਤੋਂ ਲੈ ਕੇ ਆਏ ਸੀ ਗੱਡੀ 'ਚ, ਮੈਨੂੰ ਕਿਸੇ ਸਾਧਨ ਰਾਹੀਂ ਘਰੇ ਤਾਂ ਪਹੁੰਚਾ ਦਿਓ। ਤੇ ਅੱਗੋਂ ਜਵਾਬ ਮਿਲਦਾ ਕਿ ਤੇਰੇ ਵਾਸਤੇ ਜਹਾਜ਼ ਆਊਗਾ, ਬਹਿ ਜਾ। ਅੱਛਾ। ਤੇ ਉਹ ਬੰਦਾ 12 ਵਜੇ ਪੈਦਲ ਤੁਰਿਆ ਜੀ, ਹਜੇ ਤੱਕ ਘਰੇ ਨਹੀਂ ਪਹੁੰਚਿਆ। ਮੋਬਾਈਲ ਉਹਦਾ ਸਵਿਚ ਆਫ ਹੋ ਗਿਆ।
ਦੇਖ ਲਓ ਵੀ ਕਿੰਨੀ ਪਰੇਸ਼ਾਨੀ ਹੋਈ ਹੋਊਗੀ। ਹਜੇ ਉਹ ਘਰੇ ਨਹੀਂ ਪਹੁੰਚਿਆ, 12 ਵਜੇ ਦਾ ਚੱਲਿਆ ਹੋਇਆਗਾ ਪੈਦਲ। ਤੇ ਇਹ ਤਾਂ ਹਾਲਾਤ ਨੇ ਸਿਹਤ ਵਿਭਾਗ ਦੇ। ਕਰੋਨਾ ਦੀ ਜੰਗ ਲੜਨ ਦੀ ਗੱਲ ਕਰਦੇ ਆ ਇਹ। ਜੇ ਬੰਦੇ ਦੀ ਰਿਪੋਰਟ ਨੈਗੇਟਿਵ ਆ ਗਈ ਤਾਂ ਅਗਲੇ ਨੂੰ ਘਰੇ ਤਾਂ ਪਹੁੰਚਦਾ ਕਰੋ, ਜਾਂ ਅਗਲੇ ਦੇ ਪਰਿਵਾਰ ਵਾਲੇ ਨੂੰ ਹੈਂਡਓਵਰ ਕਰੋ ਉਹਨੂੰ ਵੀ ਭਾਈ ਆਪਦੀ ਰਿਪੋਰਟ ਆਈ ਹੈ ਤੇ ਇੱਥੇ ਨੂੰ ਘਰੋਂ ਲੈ ਜਾਓ। ਇਹ ਸਿਹਤ ਵਿਭਾਗ ਦਾ ਕਿਤੇ ਨਾ ਕਿਤੇ ਜਿਹੜਾ ਹੈ ਜਲੂਸ ਹੈ ਜਿਹੜਾ ਨਿਕਲਦਾ ਅੱਜ ਮਾਨਸਾ ਚ ਨਜ਼ਰ ਆਇਆ। ਤੇ ਇਸ ਬੰਦੇ ਨੂੰ ਜਿਹੜੀ ਪਰੇਸ਼ਾਨੀ ਸਹਿਣੀ ਪਈ ਉਹ ਘਰੇ ਪਹੁੰਚਣ ਤੇ ਜਦੋਂ ਪਤਾ ਲੱਗੇ ਜੀ। ਤੇ ਉੱਥੇ ਕੋਈ ਗ੍ਰਿਫਤਾਰੀ ਹੋਈ ਜੀ ਜਿਹੜੇ ਮੁੰਡੇ ਨਸ਼ਾ ਪੂਰਤੀ ਲਈ ਗਏ ਸੀਗੇ, ਤੇ ਉਹਨਾਂ ਤੋਂ ਬਾਅਦ ਕੋਈ ਮਾਨਸਾ ਪੁਲਿਸ ਨੇ ਸਿੱਖਿਆ ਕੁਛ? ਨਹੀਂ, ਮਾਨਸਾ ਪੁਲਿਸ ਨਹੀਂ, ਹਰਿਆਣਾ ਪੁਲਿਸ ਨੇ ਜ਼ਰੂਰ ਇੱਕ ਲੇਡੀਜ਼ ਨੂੰ ਰਾਉਂਡ ਅਪ ਕੀਤਾ ਸੀ ਤੇ ਉਸ ਤੋਂ ਬਾਅਦ ਇੱਕ ਹੋਰ ਬੰਦਾ ਜਿਹੜਾ ਪਿੱਛੇ ਜੀ ਤੋਂ ਲੇਡੀਜ਼ ਲੈ ਕੇ ਆਂਦੀ ਸੀ ਉਹਨੂੰ ਹਿਰਾਸਤ ਚ ਲਿਆਗਾ। ਫਿਲਹਾਲ ਪੁਲਿਸ ਨੇ ਜਿਹੜੀ ਅਰੈਸਟ ਉਹਨਾਂ ਦੀ ਉਹ ਨਹੀਂ ਪਾਈ, ਉਹਨਾਂ ਨੂੰ ਹਿਰਾਸਤ ਜ਼ਰੂਰ ਰੱਖਿਆ। ਪਰ ਇੱਥੋਂ ਗਏ ਕਿਵੇਂ, ਇਹ ਵੀ ਤਾਂ ਇੱਕ ਬਹੁਤ ਵੱਡੀ ਗੱਲ ਸੀ। ਇੰਨੇ ਨਾਕਿਆਂ ਤੋਂ ਕ੍ਰਾਸ ਕਰਕੇ ਕਿਵੇਂ ਪਹੁੰਚੇ? ਕਿਉਂਕਿ ਤੁਹਾਡੇ ਐਸਐਸਪੀ ਤਾਂ ਕਾਫੀ ਸਖਤ ਨੇ, ਕਹਿੰਦੇ ਵਾਲ ਦੀ ਖੱਲ ਲਾ ਲੈਂਦੇ ਨੇ ਇਹੋ ਜਿਹੇ ਮਾਮਲੇ। ਬਿਲਕੁਲ ਜੀ, ਗਏ ਆ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਜਿਹੜਾ ਉਹ ਮੁੰਡਾ ਹੈ ਉਹ ਸਬ ਇੰਸਪੈਕਟਰ ਦਾ ਮੁੰਡਾ ਸੀਗਾ। ਹੋ ਸਕਦਾ ਹੈ ਕਿਤੇ ਨਾ ਕਿਤੇ ਉਹ ਕਹਿ ਕੇ ਜਾਂ ਆਪਣੇ ਅਸਰ ਸੂਖ ਵਰਤ ਕੇ ਹਰਿਆਣੇ ਚ ਐਂਟਰ ਕਰ ਗਿਆ ਹੋਵੇ। ਪਰ ਹਰਿਆਣੇ ਦੇ ਵਿੱਚ ਵੀ ਦੇਖੋ ਬਾਰਡਰ ਤੇ ਫੋਰਸ ਤੈਨਾਤ ਹੈ। ਹਰਿਆਣੇ ਵਾਲਿਆਂ ਨੇ ਕਿਵੇਂ ਐਂਟਰ ਕਰਨ ਦਿੱਤੇ, ਇਹ ਵੀ ਵੱਡਾ ਸਵਾਲ ਹੈ ਕਿ ਅਕਸਰ ਨਸ਼ੇ ਵਾਲੇ ਬੰਦੇ ਐਂਟਰ ਹੁੰਦੇ ਰਹਿੰਦੇ ਆ ਜਾਂ ਉਹਨਾਂ ਨੂੰ ਕੋਈ ਪੁੱਛਦਾ ਨਹੀਂ, ਜਾਂ ਫਿਰ ਵੈਸੇ ਹੀ ਢਿੱਲਾ। ਕਹਿੰਦੇ ਰਹੇ ਆ ਕਿ ਹਰਿਆਣੇ ਦੇ ਵਿੱਚੋਂ ਸ਼ਰਾਬ ਵੀ ਆਉਂਦੀ ਹੈ ਐਂਬੂਲੈਂਸਾਂ ਦੇ ਰਾਹੀਂ, ਦਿੱਲੀੋਂ ਵੀ ਆਉਂਦੀ ਹੈ, ਬੜਾ ਕੁਛ ਆਪਾਂ ਚਰਚਾਵਾਂ ਕਰਦੇ ਰਹੇ ਆ ਇਸ ਚੀਜ਼ ਦੇ ਉੱਤੇ। ਬਿਲਕੁਲ, ਹਜੇ ਵੀ ਨਹੀਂ ਰੁਕਦਾ। ਉਸ ਤੋਂ ਸਬਕ ਲੈ ਕੇ ਕਿਹੜਾ ਕੋਈ ਪੋਜੀਸ਼ਨ ਟਾਈਟ ਕੀਤੀ ਹੈ, ਉਸੇ ਤਰ੍ਹਾਂ ਲੋਕ ਹੈ ਜਿਹੜੇ ਚੱਲਦੇ ਫਿਰਦੇ ਆ। ਜਿਹੜੀ ਕਰਫਿਊ ਵਾਲੀ ਸਥਿਤੀ ਹੈ, ਹੁਣ ਕਰਫਿਊ ਵਾਲੀ ਤਾਂ ਕੋਈ ਗੱਲ ਰਹੀ ਨਹੀਂ। ਅਨਾਜ ਮੰਡੀਆਂ ਦੇ ਉਸ ਕਰਕੇ, ਕਿਸਾਨਾਂ ਕਰਕੇ ਖੁੱਲ੍ਹ ਜਿਹੜੀ ਦਿੱਤੀ ਹੋਈ ਹੈ, ਉਹ ਆਮ ਲੋਕ ਵੀ ਉਸ ਦਾ ਫਾਇਦਾ ਚੱਕ ਰਹੇ ਹੈ। ਇਸ ਕਰਕੇ ਹਰਿਆਣਾ ਕੀ ਜਿੱਥੇ ਮਰਜ਼ੀ ਵਗ ਜਾਓ, ਰੋਕ ਟੋਕ ਕੋਈ ਨਹੀਂ। ਇਹ ਤਾਂ ਹੁਣ ਆਪਣੇ ਤੇ ਖੁਦ ਦੇ ਬੰਦੇ ਤੇ ਹੈ ਵੀ ਉਹ ਕੀ ਕਰਨ ਜਾਂਦਾ। ਜੀ ਜੀ, ਹੋਰ ਕੁਝ ਅਪਡੇਟਸ ਜੀ, ਕੁਝ ਖਾਸ? ਅਨਾਜ ਮੰਡੀਆਂ ਦੇ ਵਿੱਚ ਜੀ ਲਗਾਤਾਰ ਰਸ਼ ਹੈਗਾ ਤੇ ਅੱਜ ਕੁਝ ਮੰਡੀਆਂ 'ਚ ਬੰਦ ਕੀਤੀ ਸੀ ਖਰੀਦ, ਕਿਉਂਕਿ ਜਿਹੜੀ ਪਹਿਲਾਂ ਵਾਲੀ ਹੈ ਉਹਦੀ ਬੋਲੀ ਨਹੀਂ ਲੱਗੀ ਤੇ ਢੇਰ ਲੱਗੇ ਹੋਏ ਆ ਜਿਵੇਂ ਪਿਛਲੇ ਸਾਲ ਲੱਗੇ ਸੀਗੇ। ਤੇ ਕਿਸਾਨਾਂ ਦਾ ਇਕੱਠ ਹੈ, ਉਸ ਨੂੰ ਲੈ ਕੇ ਅੱਜ ਮਾਰਕੀਟ ਕਮੇਟੀਆਂ ਨੇ ਕਿਹਾ ਵੀ ਰੋਕੋ ਇਹਨੂੰ, ਤੇ ਨਹੀਂ ਤਾਂ ਫਿਰ ਇੱਥੇ ਉਹੀ ਢੇਰ ਹੈ ਜਿਹੜਾ ਰਸ਼ ਹੈ ਉਸੇ ਤਰ੍ਹਾਂ ਹੋ ਜਾਊਗਾ। ਅੱਜ ਫਿਲਹਾਲ ਬੋਲੀ ਕਈ ਸੈਂਟਰਾਂ 'ਚ ਰੋਕੀ ਗਈ ਸੀ। ਜੀ ਜੀ ਜੀ, ਸੋ ਮਿਹਰਬਾਨੀ ਜੀ ਤੁਹਾਡੀ, ਸ਼ੁਕਰੀਆ ਬਲਦੇਵ ਜੀ। ਤੇ ਪ੍ਰੋਗਰਾਮ ਸ਼ਮਾਦਾਨ ਦੀ ਸਮਾਪਤੀ ਵੱਲ ਅਸੀਂ ਹੁਣ ਤੁਰਦੇ ਹਾਂ, ਕਿਉਂਕਿ 2 ਘੰਟਿਆਂ ਦਾ ਨਿਰਧਾਰਿਤ ਸਮਾਂ ਹੁੰਦਾ। ਇਸ ਤੋਂ ਬਾਅਦ ਜਿੰਨਾ ਵੀ ਅਸੀਂ ਅੱਗੇ ਵਧਾ ਲਈਏ ਉਹ ਅਸੀਂ ਕਰ ਲੈਂਦੇ ਹੁੰਦੇ ਹਾਂ। ਸੋ ਇੱਕ ਵਾਰ ਦਿਓ ਮੈਨੂੰ ਇਜਾਜ਼ਤ, ਫਿਰ ਮਿਲਦੇ ਹਾਂ ਜੀ। ਸ਼ਮਾਦਾਨ।